क्या ऐसा टर्निंग पॉइंट था कि चोरी जवेद गुजर वहां से इलेक्शन हार गए? क्योंकि लोगों की अमूमी राय पाकिस्तान मुस्लिम लीग के खसूसन नौजवान तबके के खिलाफ सी यूथ में बड़ा कढ़िया तुसी बाहर जिस तरह जो नवाज शरीफ ਦਾ ਇਸਤਕਬਾਲ ਸੀ ਤੇ ਮੇਰੇ ਖਿਆਲ ਤੁਹਾਡੀ ਰੈਲੀ ਫੈਸਲਾਬਾਦ ਡਿਵੀਜ਼ਨ ਭਰ ਦੇ ਵਿੱਚ ਦੂਜੇ ਨੰਬਰ ਤੇ ਸੀ 5000 ਪਲੱਸ ਲੋਕ ਸੀ ਉਹਦੇ ਵਿੱਚ 95% ਲੋਕ ਨੌਜਵਾਨ ਸੀ ਉਸ ਦੇ ਬਾਵਜੂਦ ਫਿਰ ਟਿਕਟ ਕਿਉਂ ਨਾ ਹਾਸਲ ਕਰ ਪਾਏ ਤੁਸੀਂ? ਦੇਖੋ ਟਿਕਟ ਜਿਨ੍ਹਾਂ ਨੇ ਨਹੀਂ ਮੈਨੂੰ ਲੈਣ ਦਿੱਤਾ ਜ਼ਿਲ੍ਹੇ ਦੀ ਕਿਆਦਤ ਨੇ ਉਹਨਾਂ ਨੇ ਆਪਣਾ ਵੀ ਨੁਕਸਾਨ ਕੀਤਾ ਸਭ ਤੋਂ ਪਹਿਲੇ ਪਾਰਟੀ ਦਾ ਵੀ ਨੁਕਸਾਨ ਕੀਤਾ और ਅਸੀਂ ਵੀ ਇਲੈਕਸ਼ਨ ਲੂਜ਼ ਕੀਤਾ और ਰਿਜ਼ਲਟ ਹੁਣ ਬਾਹਾਂ ਕਰਨ ਦਿਆ ਜਿਸ ਪੰਜਾਬ ਹਕੂਮਤ ਤੇ ਬੜੀ ਕਲੇਮ ਕਰ ਰਹੀ ਹੈ ਬੜੇ ਜ਼ਬਰਦਸਤ ਕੰਮ ਕਰ ਰਹੀ ਹੈ ਦੇਖਿਆ ਜਾਵੇ ਤਾਂ ਉਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਆਪਣੇ ਆਪ ਦੀ ਬਿਆਨੀਆਂ ਹੀ ਬਣਾਉਣ ਤੁਸੀਂ ਸਮਝਦੇ ਹੋ ਕਿ ਆਵਾਮ ਨੂੰ ਇਹ ਜਿਹੜਾ ਬਜਟ ਨੂੰ ਪੇਸ਼ ਕੀਤਾ ਜਾ ਰਿਹਾ ਇਹਦੇ ਵਿੱਚ ਕੋਈ ਰਿਲੀਫ ਹਾਸਲ ਹੋਏਗਾ? ਅਗਰ ਅਸੀਂ ਡੰਗ ਟਪਾਓ ਪੁਲਿਸੀਆਂ ਹੁਣ ਫਿਰ ਕਰਾਂਗੇ ਨਾ ਜਿੱਥੇ ਮਰਜ਼ੀ ਤੁਸੀਂ ਵਾਇਰਲ ਕਰ ਹੁਣ ਜਿਹੜੀ ਜ਼ਿਮੀਂਦਾਰ ਦੀ ਸੂਰਤ ਹਾਲ ਆ ਜੈਨੂਅਨ 2100 ਰੁਪਏ ਰੇਟ ਕਹਿੰਦੇ ਨੇ ਕਿ ਅਹਿਮ ਤਰੀਨ ਨੁਕਤਾ ਹੈ ਕਿ ਪੰਜਾਬ ਹਕੂਮਤ ਨੇ ਰੋਕਤਾ ਕਿਸਾਨਾਂ ਕੋਲੋਂ ਇਹ ਕਿਸਮ ਦਾ ਗੰਦਮ ਨਹੀਂ ਖਰੀਦਣੀ। ਅੱਛਾ ਤੁਸੀਂ ਸਮਝਦੇ ਹੋ ਕਿ ਇਹ ਫੈਸਲਾ ਪੰਜਾਬ ਹਕੂਮਤ ਦਾ ਬਿਹਤਰ ਫੈਸਲਾ ਹੈ? ਦੇਖੋ ਜੀ ਪੰਜਾਬ ਸਰਕਾਰ ਦਾ ਇਹਦੇ ਉੱਤੇ ਮੌਕਫ ਇਹ ਆ ਕਿ ਅਸੀਂ ਲੋਕਾਂ ਨੂੰ ਮਿਡਲਮੈਨ ਤੋਂ ਬਚਾਇਆ ਔਰ ਅਸੀਂ ਵੀ ਇਹਨਾਂ ਐਗਰੀ ਕਰਦੇ ਹਾਂ ਕਿ ਮਿਡਲਮੈਨ ਹੀ ਉਹ ਵਾਹਦ ਵਜ੍ਹਾ ਵਾ ਜਿਹਦੀ ਵਜ੍ਹਾ ਨਾਲ ਪਾਕਿਸਤਾਨ ਅੱਜ ਇੱਥੇ ਖੜਾ ਹੈ। ਮੈਂ ਇਹ ਪਲਾਨ ਕਰ ਸਕਦਾ ਕਿ ਹਰ 1 ਸਾਲ ਬਾਅਦ 3 ਫਸਲਾਂ ਗਵਰਨਮੈਂਟ ਖਰੀਦਣੀਆਂ ਸ਼ੁਰੂ ਕਰੇ। ਇੱਕ ਤਾਂ ਸਾਰੇ ਜ਼ਿਮੀਂਦਾਰ ਟੈਕਸ ਨੈਟ ਤੇ ਆ ਜਾਣਗੇ ਫਿਰ ਜਿਹੜੀ ਮਿੱਲਾਂ ਨੂੰ ਚੀਜ਼ ਚਾਹੀਦੀ ਸੇਲ टैक्स नहीं चोरी कर सकते वो इनकम टैक्स पूरा देंगे। तो सब कोई ऐसी चीज बताएं मजबूरी तौर पर पाकिस्तान की आवाम फायदा हो। देखो ਸਾਡੇ ਕੋਲ ਸਭ ਤੋਂ ਵੱਡਾ ਸਰਮਾਇਆ ਬਰੂਨੇ ਮੁਲਕ ਪਾਕਿਸਤਾਨ ਨਹੀਂ ਤੁਹਾਡੇ ਪਿੰਡਾਂ ਦੇ ਨਾਂ ਔਰ ਤੁਹਾਡੀਆਂ ਮੇਨ ਸ਼ਹਿਰਾਵਾਂ ਦੇ ਨਾਂ ਇਹਦਾ ਉਹ ਜਿਹੜੇ ਬੰਦੇ ਬਾਹਰ ਗਏ ਆ ਬੋਲੀਆਂ ਕਰਾਤੀਆਂ ਜਾਣ ਉਹਨਾਂ ਨੂੰ ਅਗਰ ਇਹ ਦਿੱਤਾ ਜਾਵੇ ਕਿ ਤੁਸੀਂ ਆਪਣੇ ਪਿੰਡ ਦਾ ਨਾਂ ਆਪਣੇ ਦਾਦੇ ਦੇ ਬਾਬੇ ਦਾ ਜਾਂ ਆਪਣੇ ਦੇ ਨਾਂ ਜਾਂ ਤੁਹਾਡਾ ਪਿਆਰਾ ਉਹਦੇ ਨਾਂ ਤੇ ਤੁਸੀਂ ਰੱਖ ਸਕਦੇ ਆ ਅਗਰ ਅਸੀਂ ਇਹ ਕੰਮ ਕਰੀਏ ਤੇ ਇਹ ਮੈਂ ਸਮਝਦਾ ਕਿ ਮੁਸਬਤ ਯੂਜ਼ ਹੋਏਗਾ ਸਾਡੀ ਧੜੇਬੰਦੀ ਦਾ। बिस्मिल्लाहिर्रहमानिर्रहीम अस्सलाम वालेकुम नाज़रीन पॉडकास्ट विद सरदार अमीन जितई में एक बार फिर खुशामदीद। नाज़रीन आज हमारे साथ जो पर्सनैलिटी मौजूद हैं ये कैंडिडेट हैं PP 107 फैसलाबाद के और उसके साथ साथ किसान इत्तेहाद अवामी पार्टी के डिविजनल प्रेसिडेंट भी हैं चौधरी अजहर जावेद गुज्जर। जो सब कैसे आप ठीक ठाक हैं? ਤੁਸੀਂ ਸੁਣਾਓ ਠੀਕ ਠਾਕ ਹੋ? बिल्कुल ठीक ठाक है सब आप सुना से ठीक है अल्लाह का करम। जो सब ये तकरीबन मेरे ख्याल में आपकी इलेक्शन में प्रेजेंस के बाद ये पहला इंटरव्यू है। क्या समझते हैं कि चौधरी अजहर जावेद गुज्जर ने बड़ी मेहनत की बड़ा एक किस्म का जो एक मैसिव किस्म का आपने अपना हल्के में एक नाम मुकाम बनाया उसके साथ साथ क्या ऐसा टर्निंग पॉइंट था कि चौधरी अजहर जावेद गुज्जर वहां से इलेक्शन हार गए? बिस्मिल्लाहिर्रहमानिर्रहीम। देखो मेरा सियासत ਕਰਨ ਦਾ ਮਕਸਦ ਇਹ ਸੀ ਕਿ ਅਸੀਂ ਪਾਕਿਸਤਾਨ ਦੇ ਜਿਹੜੀ ਗੁਰਬਤ ਆ ਜਿਹੜੀ ਮਹਿਰੂਮੀ ਆ ਉਹਦੇ ਲਈ ਕੰਮ ਕਰੀਏ ਔਰ ਉਹਦੇ ਲਈ ਮੇਰਾ ਬਿਆਨੀਆ ਸੀਗਾ ਮੈਰਿਟ ਦਾ ਚੁਣਾਵ। ਤੁਸੀਂ ਦੇਖਿਆ ਕਿ ਪਾਕਿਸਤਾਨ 'ਚ 85 ਤੋਂ ਬਾਅਦ ਗ੍ਰੈਜੂਅਲੀ ਸਿਆਸਤ ਜਿਹੜੀ ਨਾ ਉਹ ਕਮਰਸ਼ੀਅਲਾਈਜ਼ ਹੋ ਗਈ ਔਰ ਸਾਡਾ ਹਲਕਾ PP 107 ਮੈਂ ਸਮਝਦਾ ਕਿ ਪੰਜਾਬ ਲੈਵਲ ਤੇ ਸਭ ਤੋਂ ਜ਼ਿਆਦਾ ਇਹਦੇ 'ਚ ਸਰਮਾਏ ਦਾ ਦਖਲ ਰਿਹਾ ਵਾ सन 85 ਤੋਂ ਰਿਹਾ ਕੈਂਡੀਡੇਟ ਐਸੇ ਸੀ 85 ਤੋਂ ਬਾਅਦ ਉਹ ਹਮੇਸ਼ਾ ਪੈਸੇ ਦਾ ਇਸਤੇਮਾਲ ਹੁੰਦਾ ਸੀ ਔਰ ਮੈਂ ਇਹਦੇ ਖਿਲਾਫ ਸਟਰਗਲ ਕਰ ਰਿਹਾ ਸੀ ਔਰ ਲੋਕ ਬੜੀ ਵੱਡੀ ਤਾਦਾਦ ਨਾਲ ਖਸੂਸਨ ਨੌਜਵਾਨ ਮੇਰੇ ਨਾਲ ਖੜੇ ਸੀ। ਮੈਂ ਸਮਝਦਾ ਕਿ ਜਦੋਂ ਮੈਂ ਪਾਕਿਸਤਾਨ ਮੁਸਲਿਮ ਲੀਗ ਨੂੰ ਜੁਆਇਨ ਕੀਤਾ 27 ਸਤੰਬਰ ਨੂੰ ਉਦੋਂ ਹੀ ਟਰਨਿੰਗ ਪੁਆਇੰਟ ਹੋ ਗਿਆ ਸੀਗਾ ਕਿਉਂਕਿ ਲੋਕਾਂ ਦੀ ਅਮੂਮੀ ਰਾਏ ਪਾਕਿਸਤਾਨ ਮੁਸਲਿਮ ਲੀਗ ਦੇ ਖਸੂਸਨ ਨੌਜਵਾਨ ਤਬਕੇ ਦੇ ਖਿਲਾਫ ਸੀਗੀ ਔਰ ਉਸ ਤੋਂ ਬਾਅਦ ਮੈਂ ਬੜੇ ਪੁਰਜ਼ੋਰ ਤਰੀਕੇ ਦੇ ਨਾਲ ਪਾਰਟੀ ਬਿਆਨੀਆਂ ਲੈ ਕੇ ਯੂਥ ਵੀ ਬੜਾ ਕੜਿਆ ਤੁਸੀਂ ਬਾਹਰ ਜਿਸ ਤਰ੍ਹਾਂ ਜਦੋਂ ਨਵਾਜ਼ ਸ਼ਰੀਫ ਦਾ ਇਸਤਕਬਾਲ ਸੀ ਤੇ ਮੇਰੇ ਖਿਆਲ ਤੁਹਾਡੀ ਰੈਲੀ ਫੈਸਲਾਬਾਦ ਡਿਵੀਜ਼ਨ ਭਰ ਦੇ ਵਿੱਚ ਦੂਜੇ ਨੰਬਰ ਤੇ ਸੀ 5000 ਪਲੱਸ ਲੋਕ ਸੀ ਉਹਦੇ ਵਿੱਚ 95% ਲੋਕ ਨੌਜਵਾਨ ਸੀਗੇ। अच्छा उसके बावजूद फिर टिकट क्यों ना हासिल कर पाए तुसी? बस टिकट देखो टिकट जिन्हां ने नहीं मैनू लैण दिता ਜ਼ਿਲ੍ਹੇ ਦੀ ਕਿਆਦਤ ਨੇ ਉਹਨਾਂ ਨੇ ਆਪਣਾ ਵੀ ਨੁਕਸਾਨ ਕੀਤਾ ਸਭ ਤੋਂ ਪਹਿਲੇ ਪਾਰਟੀ ਦਾ ਵੀ ਨੁਕਸਾਨ ਕੀਤਾ ਔਰ ਅਸੀਂ ਵੀ ਇਲੈਕਸ਼ਨ ਲੂਜ਼ ਕੀਤਾ ਔਰ ਰਿਜ਼ਲਟ ਤਾਂ ਹੁਣ ਬਾਹਾਂ ਕਰਨ ਦਿਆ ਵਾ ਕਿ ਫੈਸਲਾ ਹੀ ਗਲਤ ਸੀਗਾ ਔਰ ਉਹਦਾ ਜਿਹਨਾਂ ਨੇ ਟਿਕਟ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਪਾਰਟੀ ਦੀ ਆਲਾ ਕਿਆਦਤ ਦੀ ਇਹਦੇ ਵਿੱਚ ਇਨਵੋਲਵਮੈਂਟ ਸੀਗੀ ਇਹ ਜਜ਼ਾਤੀ ਵਜੂਹਾਤ ਸੀਗੀਆਂ वो सारे हल्के के सामने है। जैसे 14,000 15,000 वोट हासिल किया लेकिन अच्छा पार्टी का वोट ਜਿਹੜਾ ਸੀ ਉਹ ਤਕਰੀਬਨ 26,000 ਦੇ ਕਰੀਬ ਵੋਟ ਮਿਲਿਆ। ਤੁਸੀਂ ਸਮਝਦੇ ਹੋ ਕਿ ਅਗਰ ਤੁਹਾਨੂੰ ਟਿਕਟ ਮਿਲ ਜਾਂਦਾ ਤਾਂ ਤੁਸੀਂ ਮੈਸਿਵਲੀ ਇੱਥੋਂ ਇਲੈਕਸ਼ਨ ਜਿੱਤ ਸਕਦੇ? ਅਸੀਂ ਤਾਂ ਅਲਹਮਦੁਲਿਲਾ ਜੀ ਮੇਰਾ ਇਹਨਾਂ ਨੇ ਨਿਸ਼ਾਨ ਵੀ ਇਹਨਾਂ ਨੇ ਮੈਚ ਕਰ ਦਿੱਤਾ ਔਰ ਰਾਣਾ ਮਨੋਵਰ ਸਾਹਿਬ ਸੀਗੇ ਉਹਨਾਂ ਨੇ 3.5-4 ਪਿੰਡਾਂ 'ਚ ਤੁਸੀਂ ਰਿਜ਼ਲਟ ਕੱਢ ਲਓ ਬਿਲਖਸੂਸ ਔਰਤਾਂ ਵਾਲੇ ਪੋਲਿੰਗ ਦੇ ਵਿੱਚੋਂ 50 ਦੇ 100 ਦੇ ਦਰਮਿਆਨ ਵੋਟ ਲਏ 4-5 ਦੇ ਔਰ 12 ਵਜੇ ਅਸੀਂ ਨਿਸ਼ਾਨ ਫਾਈਨਲ ਕੀਤਾ ਤਾਂ ਉਹਨਾਂ ਨੂੰ ਵੀ ਜਾਰੀ ਹੋ ਗਿਆ। ਮੁਖਤਲਿਫ ਹੱਥ ਕੰਡੇ ਸੀ ਸਾਡੇ ਬੂਥ ਵੀ ਜਿਹੜੇ ਆ ਜਿੱਥੇ ਸਾਡਾ ਆਂਢ ਗੁਆਂਢ ਸੀਗਾ ਉਹ ਸਲੋ ਕੀਤੇ ਗਏ
ਫਿਰ 8 ਐਕਟਿਵ ਕੈਂਡੀਡੇਟ ਇਲੈਕਸ਼ਨ ਲੜ ਰਹੇ ਸੀ ਸਾਡੇ ਹਲਕੇ 26000 ਵਾਲਾ ਜਿੱਤਣ ਦੇ ਆ ਵਾ 60% ਅਸੀਂ ਫਿਰ ਵੀ ਲੈ ਗਏ ਇਹ ਸਾਰੇ ਹੱਥ ਕੰਡਿਆਂ ਦੇ ਬਾਵਜੂਦ ਤੇ ਜਿਹੜਾ ਅਸੀਂ ਸਮਝਦੇ ਆ ਪੂਰਾ ਇਲੈਕਸ਼ਨ ਅਸੀਂ ਲੜਿਆ ਮੈਂ 2 ਸਾਲ ਕੰਮ ਕੀਤਾ ਔਰ ਖੁਸੂਸਨ ਨੌਜਵਾਨਾਂ ਨੇ ਪਲੇ ਗਰਾਊਂਡਾਂ 'ਚ ਪਹੁੰਚਿਆ ਮੈਂ ਉਹਨਾਂ ਨੂੰ ਕਾਇਲ ਕੀਤਾ ਕਿ ਅਗਰ ਤੁਸੀਂ ਕਦੀ ਅਸੈਂਬਲੀ 'ਚ ਜਾਣਾ ਨਾ ਫਿਰ ਮੈਰਿਟ ਦਾ ਸਾਥ ਦਿਓ ਇਹ ਜਿਹੜੀ ਕਮਰਸ਼ੀਅਲਾਈਜੇਸ਼ਨ ਅਸੀਂ ਕਦੀ ਕਹਿੰਦੇ ਜੀ ਆਰਮੀ ਦਾ ਕਸੂਰ ਆ ਕਦੀ ਕਹਿੰਦੇ ਸਾਡੇ ਅਦਾਰਿਆਂ ਦਾ ਕਸੂਰ ਆ ਕਦੀ ਕਹਿੰਦੇ ਸਿਆਸੀ ਪਾਰਟੀਆਂ ਦਾ ਕਸੂਰ ਆ ਜਦਕਿ ਮੈਂ ਬਿਲਕੁਲ ਵੈਰੀ ਓਨੈਸਟ ਸਮਝਦਾ ਕਿ ਸਾਡਾ ਮੁਆਸ਼ਰਾ ਵੀ ਸਰਮਾਇਆਦਾਰਾਂ ਨਿਜ਼ਾਮ ਨੂੰ ਸਪੋਰਟ ਕਰਦਾ ਵਾ ਵੋਟ ਕਰਦਾ ਜਿਸ ਤੁਹਾਡੇ ਇਲਾਕੇ ਦੇ ਜਿਹੜੇ ਚੇਅਰਮੈਨ ਹਜ਼ਾਰ ਨੰਬਰਦਾਰਾਂ ਹਜ਼ਾਰ ਉਹ ਵੀ 50 ਲੱਖ 20 ਲੱਖ ਕਰੋੜ ਰੁਪਏ ਲੈ ਕੇ ਵਿਕ ਗਏ ਅੱਛਾ ਉਸ ਦੇ ਬਾਵਜੂਦ ਤੁਸੀਂ ਸਮਝਦੇ ਹੋ ਕਿ ਇਹਨਾਂ ਚੀਜ਼ਾਂ 'ਚ ਬਿਹਤਰੀ ਦੀ ਗੁੰਜਾਇਸ਼ ਹੈ ਜਾਂ ਬਿਹਤਰ ਹੋ ਸਕਦੀਆਂ ਹਾਂ ਜੀ ਹੋਪ ਆ ਸਾਨੂੰ ਬੜੀ ਉਮੀਦ ਆ ਜਿਹੜਾ ਦੇਖੋ ਨਾ ਚਲੋ ਸਾਡੀ ਇਜਾਜ਼ਤ ਨਹੀਂ ਹੋਇਆ ਲੇਕਿਨ ਚੇਅਰਮੈਨ ਪੀਟੀਆਈ ਦਾ ਜਿਹੜਾ ਬਿਆਨੀਆ ਵਾ ਜਿਹੜੇ ਸਾਡੇ ਹਲਕੇ ਚੋਂ ਜਿਨ੍ਹਾਂ ਨੇ ਵਿਨ ਕੀਤਾ ਵਾ ਉਹਨਾਂ ਨੇ ਪੈਸੇ ਨਾਲ ਇਲੈਕਸ਼ਨ ਨਹੀਂ ਲੜਿਆ ਇੱਕ ਉਮੀਦ ਆ ਸੋਸ਼ਲ ਮੀਡੀਆ ਅਗਰ ਅਸੀਂ ਤਾਂ ਪੋਜ਼ਿਟਿਵ ਦੇਖੋ ਨਾ ਕਿ ਅਸੀਂ ਥੋੜੀ ਤਸਦੀਕ ਨਹੀਂ ਕਰਦੇ ਚੀਜ਼ਾਂ ਕੇ ਸ਼ੇਅਰ ਕਰੀ ਜਾਂਦੇ ਇਹ ਸੋਸ਼ਲ ਮੀਡੀਆ ਸਾਡੀ ਕੌਮ ਕੋ ਇੱਕ ਵਾਹਦ ਹੱਲ ਵਾ ਜਿਹਦੇ ਵਿੱਚ ਮੈਂ ਨੌਜਵਾਨਾਂ ਨੂੰ ਕਹਿਣਾ ਬਾਰ-ਬਾਰ ਕਿ ਜੇ ਤੁਸੀਂ ਕਦੀ ਸਮਝਦੇ ਵੀ ਸਾਡੇ ਕੋਲ ਉਹ ਹੱਲ ਹੈਗਾ ਸਿਰਫ ਤਨਕੀਦ ਦੀ ਬਜਾਏ ਤੁਸੀਂ ਅਸੈਂਬਲੀਆਂ 'ਚ ਜਾਣਾ ਵਾ ਤੇ ਮੈਂ ਤਾਂ ਕਹਿੰਦਾ ਰਿਹਾ ਕਿ 1 ਲੱਖ ਰੁਪਏ ਨਾਲ MP ਦਾ ਇਲੈਕਸ਼ਨ ਲੜਿਆ ਜਾ ਸਕਦਾ ਅਗਰ ਨੌਜਵਾਨ ਇਹਦੇ ਉੱਤੇ ਖੜਾ ਹੋ ਜਾਏ ਤਾਂ ਉਹਨਾਂ ਨੂੰ ਮੌਕਾ ਮਿਲੇਗਾ ਤੇ ਮੈਂ ਤਾਂ ਬੜਾ ਖੁਸ਼ ਹਾਂ ਕਿ ਸਾਡੇ ਹਲਕੇ 'ਚੋਂ 8 ਬੰਦਿਆਂ ਨੇ ਇੱਕ ਕੈਂਡੀਡੇਟ ਵਿਡਰਾ ਕਰ ਗਿਆ ਮੈਂ ਰਤਾਉ ਰਮਾਨ 9 ਬੰਦੇ ਇਲੈਕਸ਼ਨ ਲੜ ਰਹੇ ਸੀ ਮੈਂ ਕਹਿੰਦਾ ਨੌਜਵਾਨ ਆਉਣ ਔਰ ਆਪਣਾ ਬਜਾਏ ਤਨਕੀਦ ਕਰਨ ਦੇ ਬਜਾਏ ਆਪਣੀਆਂ ਨਾਕਾਮੀਆਂ ਕਿਸੇ ਦੇ ਪਾਉਣ ਤੇ ਉਹ ਖੁਦ ਪਰਫਾਰਮ ਕਰਨ ਔਰ ਕਰ ਹੀ ਸਕਦੇ ਤਾਂ ਕਿ ਜੇ ਉਹਨਾਂ ਦੇ ਅੱਗੇ ਉਹ ਕਰੋੜਾਂ ਰੁਪਈਆ ਦਾ ਤੁਹਾਨੂੰ ਪਤਾ ਕਿ ਸਾਡਾ ਹਲਕਾ 60-70 ਕਰੋੜ ਦੀ ਆਵਾਜ਼ ਹੈ ਕਿ ਕੈਂਡੀਡੇਟ ਦੀ ਲੇਕਿਨ ਇਲੈਕਸ਼ਨ ਫੇਰ ਹਾਰ ਗਏ ਉਹ ਅੱਛਾ ਬੰਦਾ ਉਹ ਜਿੱਤਿਆ ਜਿਹਨੇ ਪੈਸਾ ਨਹੀਂ ਲਾਇਆ ਜਵੇਦ ਨਿਆਜ਼ ਮਾਨ ਇੱਕ ਬਿਲਕੁਲ ਇੱਕ ਕਿਸਮ ਦਾ ਹਾਂ ਪੁਰਾਣਾ ਆਦਮੀ ਸਿਆਸੀ ਕਾਰਕੁਨ ਜ਼ਰੂਰ ਸੀ ਲੇਕਿਨ ਉਹਨੇ ਪੈਸਾ ਨਹੀਂ ਲਗਾਇਆ ਸਰ ਪੀਟੀਆਈ ਦਾ ਵੋਟ ਸੀਗਾ ਇੱਕ ਦੇ ਮੁਕਾਬਲੇ 'ਚ 2 ਵੋਟ ਸੀ ਜੇ ਮੇਰਾ ਤਜ਼ੀਆ ਵਾ ਅੱਛਾ ਇੱਕ ਨੂਨ ਲੀਗ ਦਾ ਵੋਟ ਸੀ ਹਲਕੇ ਦੇ ਵਿੱਚ ਔਰ 2 ਵੋਟ ਪੀਟੀਆਈ ਦੇ ਸੀਗੇ ਔਰ ਮੇਰੇ ਖਿਆਲ 'ਚ 46000 ਵੋਟ ਸੀਗਾ ਔਰ 22-23000 ਵੋਟ ਸੀਗਾ ਇਹਦਾ ਮੁਸਲਿਮ ਲੀਗ ਨੂਨ ਦਾ ਅੱਛਾ ਔਰ ਮੁਸਲਿਮ ਲੀਗ ਨੂਨ ਦਾ ਕੈਂਡੀਡੇਟ ਪਿਛਲੀ ਦਫਾ 28000 ਲੈਂਦਾ ਐਤਕੀ 25000 ਲੈਂਦਾ ਇਹ ਤਾਂ ਫੈਸਲਾ ਵਾ ਅਸਲ ਦੇ ਵਿੱਚ ਦੇਖੋ ਨਾ ਜੀ ਪਾਰਟੀਆਂ ਬੁਰੀਆਂ ਨਹੀਂ ਹੁੰਦੀਆਂ ਮੇਰੇ ਵੀ ਲੋਕਾਂ ਨੇ ਦੋਸਤਾਂ ਨੇ ਜਿਹੜੇ ਮੇਰੇ ਸਪੋਰਟਰ ਸੀ ਨੌਜਵਾਨ ਸੀ ਉਹ ਕਹਿੰਦੇ ਕਿ ਤੁਸੀਂ ਕਿਉਂ ਪਾਰਟੀ ਜੁਆਇਨ ਕੀਤੀ ਹੈ ਤੇ ਮੈਂ ਉਹਨਾਂ ਨੂੰ ਕਹਿੰਦਾ ਪਾਰਟੀ ਇੱਕ ਬੜਾ ਵੱਡਾ ਫੋਰਮ ਹੁੰਦਾ ਪਾਰਟੀਆਂ ਨਹੀਂ ਬੁਰੀਆਂ ਹੁੰਦੀਆਂ ਬਦਕਿਸਮਤੀ ਇਹ ਆ ਕਿ ਪਾਕਿਸਤਾਨ ਮੁਸਲਿਮ ਲੀਗ ਨੂਨ ਨੂੰ ਜਿਹੜੀ ਮੈਂ ਸਮਝਦਾ ਕਿ ਉਹ ਸਾਬਕਾ ਜਿਹੜਾ ਦੌਰ ਰਿਹਾ ਵਾ ਉਸਮਾਨ ਬਜ਼ਾਰ ਦੇ ਮੁਕਾਬਲੇ ਤੇ ਮੀਆਂ ਸ਼ਬਾਸ਼ੀ ਦੀ ਕਾਰਕਰਦਗੀ ਅੱਛੀ ਰਹੀ ਹੈ ਲੇਕਿਨ ਪਾਰਟੀ ਹਜੇ ਵੀ ਉਸੇ ਲੋਕ ਚੇਂਜ ਹੋ ਗਏ 30 ਸਾਲਾਂ 'ਚ ਇਹਨਾਂ ਨੂੰ ਨਵੇਂ ਨੌਜਵਾਨ ਨਵੇਂ ਪੋਟੈਂਸ਼ੀਅਲ ਲੋਕ ਲੈ ਕੇ ਆਉਣੇ ਚਾਹੀਦੇ ਆ ਬਜਾਏ ਇਸ ਦੇ ਕਿ ਉਹੀ ਪੈਸੇ ਦੀ ਸਿਆਸਤ ਉਹੀ ਪੁਰਾਣੇ ਸਿਆਸੀ ਖਾਨਦਾਨ ਲੋਕ ਇਹਨਾਂ ਕੋ ਉਕਤਾ ਚੁੱਕੇ ਆ ਅਸਲ ਵਜ੍ਹਾ ਇਹ ਵੀ ਹੈਗੀ ਆ ਬਿਆਨੀਆਂ ਤੋਂ ਬਾਅਦ ਇਹ ਵੀ ਇੱਕ ਬੜੀ ਵੱਡੀ ਵਜ੍ਹਾ ਕਿ ਪਾਰਟੀ ਨੂੰ ਆਪਣਾ ਸਭ ਕੁਝ ਹੀ ਨਵਾਂ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੀ ਸੋਚ ਬਿਲਕੁਲ ਨਵੀਂ ਹੋ ਗਈ ਹੁਣ ਤੁਸੀਂ ਦੇਖਿਆ ਕਿ ਜਿਹੜੀ ਤੁਸੀਂ ਗੱਲ ਕਰਦੇ ਕਿ ਵਾਕਈ ਇਹ ਹੋਇਆ 60 ਲੱਖ 50 ਲੱਖ ਇਹ ਜਿਹੜੇ ਬਾਸਰ ਲੋਕ ਸੀ ਉਹਨੇ ਲਿਆ ਲੇਕਿਨ ਉਹਨਾਂ ਦੇ ਮਗਰ ਵੋਟ ਨਹੀਂ ਪਿਆ ਉਹ ਬੁਰੀ ਤਰ੍ਹਾਂ ਆਪਣੇ ਘਰ ਵਾਲੇ ਪੋਲਿੰਗ ਸਟੇਸ਼ਨ ਜਿਹੜੇ ਯੂਸੀ ਲੈਵਲ ਦੇ ਬੰਦੇ ਸੀ ਆਪਣੇ ਘਰ ਵਾਲੇ ਪੋਲਿੰਗ ਸਟੇਸ਼ਨ 200 ਵੋਟ ਲੈਣ ਦੇ ਆ ਲੋਕਾਂ ਨੇ ਕਿਹਾ ਇਹਨਾਂ ਨੂੰ ਪੈਸੇ ਦਿੱਤੇ ਇਹਨਾਂ ਕੋ ਵੋਟ ਲੈ ਲਿਓ ਜੇ ਅਸੀਂ ਪਾਰਟੀ ਦੀ ਅਗਰ ਕੋਈ ਵੀ ਪਾਰਟੀ ਆ ਅੱਜ ਸਰਵਾਈਵ ਕਰਨਾ ਚਾਹੁੰਦੀ ਹੈ ਲੋਕ ਚੇਂਜ ਹੋ ਚੁੱਕੇ ਆ ਉਹਨਾਂ ਨੂੰ ਟੋਟਲ ਆਪਣਾ ਸਿਸਟਮ ਹੀ ਚੇਂਜ ਕਰਨਾ ਪੈਣਾ ਔਰ ਉਹਦੇ ਵਿੱਚ ਅਗਰ ਮੈਰਿਟ ਨੂੰ ਨਜ਼ਰਅੰਦਾਜ਼ ਕੀਤਾ ਜਾਏਗਾ ਤਾਂ ਉਹ ਪਾਰਟੀ ਜਿਹੜੀ ਨਾ ਸਰਵਾਈਵ ਨਹੀਂ ਕਰ ਸਕਦੀ ਜਿਸ ਪੰਜਾਬ ਹਕੂਮਤ ਬੜੀ ਕਲੇਮ ਕਰ ਰਹੀ ਹੈ ਬੜੇ ਜ਼ਬਰਦਸਤ ਕੰਮ ਕਰ ਰਹੀ ਹੈ ਤੇ ਇਸ ਟਾਈਮ ਮਰੀਮ ਨਵਾਜ਼ ਜਿਹੜੀ ਮਿਸਾਲ ਤੌਰ ਤੇ ਦੇਖਿਆ ਜਾਵੇ ਤਾਂ ਉਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਆਪਣੇ ਆਪ ਦੀ ਬਿਆਨੀਆਂ ਹੀ ਬਣਾਉਣ ਤੇ ਆਵਾਮ ਤੁਸੀਂ ਸਮਝਦੇ ਹੋ ਕਿ ਆਵਾਮ ਨੂੰ ਇਹ ਜਿਹੜਾ ਬਜਟ ਨੂੰ ਪੇਸ਼ ਕੀਤਾ ਜਾ ਰਿਹਾ ਇਹਦੇ ਵਿੱਚ ਕੋਈ ਰਿਲੀਫ ਹਾਸਲ ਹੋਏਗਾ ਦੇਖੋ ਜੀ ਮੇਰਾ ਇੱਕ ਜਿਹੜਾ ਬੈਕਗ੍ਰਾਉਂਡ ਆ ਉਹ ਜ਼ਿਮੀਂਦਾਰ ਫੈਮਿਲੀ ਨਾਲ ਜਾਂ ਡੇਰੀ ਦਾ ਕੰਮ ਅਸੀਂ ਕਰਦੇ ਆ ਮੈਂ ਖੁਦ ਡਿਵੈਲਪਰ ਵੀ ਹੈਗਾ ਵਾ ਇਹ ਤਿੰਨੇ ਸ਼ੋਬੇ ਐਸੇ ਆ ਕਿ ਲੋਕਾਂ ਨੂੰ ਘਰ ਦੀ ਵੀ ਲੋੜ ਆ ਲੋਕਾਂ ਨੂੰ ਡੇਰੀ ਦੀ ਵੀ ਲੋੜ ਆ ਗੋਸ਼ਤ ਬਾਹਰ ਜਾ ਸਕਦਾ ਔਰ ਜ਼ਿਮੀਂਦਾਰ ਦੀ ਵੀ ਜ਼ਰੂਰਤ ਆ ਔਰ ਚੌਥੀ ਚੀਜ਼ ਐਡ ਕਰ ਲਓ ਐਜੂਕੇਸ਼ਨ ਅਗਰ ਅਸੀਂ ਡੰਗ ਟਪਾਓ ਪੁਲਿਸੀਆਂ ਹੁਣ ਫਿਰ ਕਰਾਂਗੇ ਨਾ ਜਿੱਥੇ ਮਰਜ਼ੀ ਤੁਸੀਂ ਵਾਇਰਲ ਕਰ ਲਓ ਹੁਣ ਜਿਹੜੀ ਜ਼ਿਮੀਂਦਾਰ ਦੀ ਸੂਰਤ ਹਾਲ ਆ ਜੈਨੂਅਨ 2100 ਰੁਪਏ ਰੇਟ ਆ ਗੰਨਾ ਦਾ ਜਿਸ ਇਹ ਬੜਾ ਵੈਲਿਡ ਔਰ ਕਹਿੰਦੇ ਨੇ ਕਿ ਅਹਿਮ ਤਰੀਨ ਨੁਕਤਾ ਹੈ ਕਿ ਪੰਜਾਬ ਹਕੂਮਤ ਨੇ ਰੋਕਤਾ ਕਿਸਾਨਾਂ ਕੋਲੋਂ ਇੱਕ ਕਿਸਮ ਦਾ ਗੰਦਮ ਨਹੀਂ ਖਰੀਦਣੀ ਅੱਛਾ ਤੁਸੀਂ ਸਮਝਦੇ ਹੋ ਕਿ ਇਹ ਫੈਸਲਾ ਪੰਜਾਬ ਹਕੂਮਤ ਦਾ ਬਿਹਤਰ ਫੈਸਲਾ ਦੇਖੋ ਜੀ ਪੰਜਾਬ ਸਰਕਾਰ ਦਾ ਇਹਦੇ ਉੱਤੇ ਮੌਕਫ ਇਹ ਆ ਕਿ ਅਸੀਂ ਲੋਕਾਂ ਨੂੰ ਮਿਡਲ ਮੈਨ ਤੋਂ ਬਚਾਇਆ ਔਰ ਅਸੀਂ ਵੀ ਇਹਨਾਂ ਐਗਰੀ ਕਰਦੇ ਹਾਂ ਕਿ ਮਿਡਲ ਮੈਨ ਹੀ ਉਹ ਵਾਹਦ ਵਜ੍ਹਾ ਵਾ ਜਿਹਦੀ ਵਜ੍ਹਾ ਨਾਲ ਪਾਕਿਸਤਾਨ ਅੱਜ ਇੱਥੇ ਖੜਾ ਵਾ ਜਿੱਦਾਂ ਸਾਡੇ ਕੋਲ ਪੰਜਾਬ ਆ ਅਸੀਂ ਤਾਂ ਪੰਜਾਬ ਦੀ ਗੱਲ ਕਰਦੇ
ਇਹਦੇ ਵਿੱਚ ਅਗਰ ਤੁਸੀਂ ਜ਼ਿਮੀਂਦਾਰ ਦੇ ਵਿੱਚੋਂ ਮਿਡਲਮੈਨ ਕੱਢਣਾ ਤਾਂ ਉਹਦੇ ਤੇ ਮੈਂ ਇਹ ਪਲਾਨ ਕਰ ਸਕਦਾ ਕਿ ਹਰ 1 ਸਾਲ ਬਾਅਦ 3 ਫਸਲਾਂ ਗਵਰਨਮੈਂਟ ਖਰੀਦਣੀਆਂ ਸ਼ੁਰੂ ਕਰੇ। ਇੱਕ ਤਾਂ ਸਾਰੇ ਜ਼ਿਮੀਂਦਾਰ ਟੈਕਸ ਨੈਟ ਤੇ ਆ ਜਾਣਗੇ, ਦੂਸਰੇ ਨੰਬਰ ਦੇ ਉੱਤੇ ਫਿਰ ਜਿਹੜੀ ਮਿੱਲਾਂ ਨੂੰ ਚੀਜ਼ ਚਾਹੀਦੀ ਉਹ ਸੇਲ ਟੈਕਸ ਨਹੀਂ ਚੋਰੀ ਕਰ ਸਕਣਗੇ, ਉਹ ਇਨਕਮ ਟੈਕਸ ਪੂਰਾ ਦੇਣਗੇ। ਔਰ ਉਹਨਾਂ ਫਸਲਾਂ ਤੋਂ ਸ਼ੁਰੂ ਕਰਤਾ ਜਾਵੇ ਜਿਹਦੇ ਲਈ ਸਾਨੂੰ ਵੇਅਰ ਹਾਊਸਸ ਨਾ ਚਾਹੀਦੇ ਹੋਣ। ਅਸੀਂ ਗੰਜੀਆਂ 'ਚ ਗੰਦਮ ਵੀ ਰੱਖ ਸਕਦੇ ਹਾਂ, ਮੱਕੀ ਵੀ ਰੱਖ ਸਕਦੇ ਹਾਂ, ਗੰਨਾ ਵੀ ਬਾਹਰ ਹੀ ਅਸੀਂ ਕਰ ਸਕਦੇ ਹਾਂ। ਇਹ ਜਿੰਨੀ ਦੇਰ ਇਹ ਮਿਡਲਮੈਨ ਨਾ ਨਿਕਲਿਆ ਉਨੀ ਦੇਰ ਤੁਸੀਂ ਜਿੰਨੇ ਮਰਜ਼ੀ ਕਰਜ਼ੇ ਦੇ ਲਓ। ਹੁਣ ਇੱਕ ਪੈਕੇਜ ਦੀ ਗੱਲ ਆ ਰਹੀ ਵੀ ਅੱਛਾ, ਕਹਿੰਦੇ 3 ਅਰਬ ਦਾ ਕਿਸਾਨ ਕਾਰਡ ਜਿਹੜਾ ਉਹ ਮੁਤਾਰਫ ਕਰਵਾਇਆ ਜਾ ਰਿਹਾ, ਕਿਸਾਨਾਂ ਨੂੰ ਕਰਜ਼ਾ ਦਿੱਤਾ ਜਾਏਗਾ ਤਾਂ ਕਿ ਆਪਣੇ ਬੀਜ ਜ਼ਰੂਰੀ ਹਾਲਾਤ ਇਹ ਚੀਜ਼ਾਂ ਖਰੀਦ ਸਕਣ। ਤੇ ਤੁਸੀਂ ਸਮਝਦੇ ਨਹੀਂ ਕਿ ਪੰਜਾਬ ਹਕੂਮਤ ਬਿਹਤਰ ਕੰਮ? ਸਰ ਮੈਂ 88 ਤੋਂ ਸਿਆਸਤ ਦੇ ਨਾਲ ਦਿਲਚਸਪੀ ਲੈਣਾ ਵਾ। ਮੀਆਂ ਨਵਾਜ਼ ਸ਼ਰੀਫ ਸਾਹਿਬ ਤੋਂ ਚੀਫ ਮਿਨਿਸਟਰ ਬਣੇ ਸੀ ਔਰ ਬੇਨਤੀ ਸਾਬਾ ਜਿਹੜੀ ਉਹ ਪ੍ਰਾਈਮ ਮਿਨਿਸਟਰ ਸੀ। ਬੜੇ ਪੈਕੇਜ ਦਿੱਤੇ ਆ, ਜ਼ਰੀ ਬੈਂਕ ਵੀ ਕੰਮ ਕਰ ਰਿਹਾ, ਹੁਣ ਤਾਂ ਕਮਰਸ਼ੀਅਲ ਬੈਂਕਾਂ ਵੀ ਕਰਜ਼ਾ ਦੇ ਰਹੀਆਂ। ਜਿੱਦਾਂ ਹੁਣ ਗੰਦਮ ਨਾ ਹੋਈ ਆ, ਜਦੋਂ ਤੁਹਾਡਾ ਸਰਮਾਇਆ ਮਿਡਲਮੈਨ ਦੀ ਜੇਬ 'ਚ ਜਾਣਾ ਜਾਂ ਗਵਰਨਮੈਂਟ ਦੀ ਕਿਸੇ ਪਾਲਿਸੀ ਦਾ ਨਜ਼ਰ ਹੋ ਜਾਣਾ ਵਾ, ਤਾਂ ਫਿਰ ਤੁਸੀਂ ਜਿੰਨੇ 3 ਅਰਬ ਦੀ ਬਜਾਏ 30 ਅਰਬ ਦੇ ਦਿਓ। ਇਹ ਪੈਸਾ ਅੱਗੇ ਫਿਰ ਕੋਈ ਫਸਲ ਮੰਦੀ ਪਈ ਫਿਰ ਮਿਡਲਮੈਨ ਦੀ ਜੇਬ ਚਲ ਜਾਏਗਾ। ਹੁਣ ਦੇਖੋ 2100 ਨੂੰ ਜਿਹਨੇ ਕਣਕ ਲਈ ਉਹਨੇ 4-5 ਮਹੀਨੇ ਬਾਅਦ ਜਿਹੜੀ ਉਹ ਵੇਚਣੀ ਮਹਿੰਗੀ, ਤੇ ਜ਼ਿਮੀਂਦਾਰ ਵਿਚਾਰੇ ਨੇ। ਤੇ ਸਾਡੇ ਫੈਸਲਾਬਾਦ ਦੀ ਸੂਰਤ ਹਾਲ ਹੈ ਕਿ ਇੱਥੇ 88 ਯੂਨਿਟ ਦਾ ਕਿੱਲਾ ਪਿਆ ਸੀਗਾ, ਇੱਥੇ ਜ਼ਿਮੀਂਦਾਰ ਤੇ ਜਿਹੜਾ ਹੈਗਾ 2-3 ਕਿੱਲੇ ਦਾ, ਉਹ ਤਾਂ ਵਿਚਾਰੇ ਨੇ ਆਪਣੀ ਫਸਲ ਖਲੋਤੀ ਖਾਦੀ ਹੁੰਦੀ, ਉਹ ਕਿੱਦਾਂ ਰੋਕ ਸਕਦਾ ਵਾ। ਔਰ ਜਿਹੜੇ ਲੋਕਾਂ ਨੂੰ ਅਸੀਂ ਜਿਹੜੀ ਸਿਆਸਤ ਆ ਇਹਨਾਂ ਨੇ ਬੜੀ ਪਲੈਨਿੰਗ ਦੇ ਨਾਲ ਮਹਿੰਗੀ ਇੰਨੀ ਕਰ ਦਿੱਤੀ ਕਿ ਜਿਹੜੇ ਲੋਕਾਂ ਨੂੰ ਫਰਕ ਨਹੀਂ ਪੈਂਦਾ ਉਹਨਾਂ ਨੇ ਸਾਡੀ ਗੱਲ ਕਰਨੀ ਹੈ। ਮੈਂ ਕਹਿੰਦਾ ਆਪੋਜੀਸ਼ਨ ਫੇਲ ਹੋ ਗਈ ਆ ਕਿਸਾਨ ਦਾ ਮੁਕੱਦਮਾ ਲੜਨ ਦੀ। ਜ਼ਾਤੀ ਮੁਕੱਦਮੇ ਲੜੇ ਜਾ ਰਹੇ ਆ ਲੇਕਿਨ ਕਿਸਾਨ ਦਾ ਮੁਕੱਦਮਾ ਕਿਸੇ ਨੇ ਲੜਿਆ ਨਹੀਂ। ਤੁਸੀਂ ਕੀ ਸੁਜੈਸਟ ਕਰਦੇ ਹੋ, ਕੀ ਕਹੋਗੇ ਪੰਜਾਬ ਹੁਕੂਮਤ ਨੂੰ ਕਿ ਐਸਾ ਕਿਹੜੀ ਚੀਜ਼ ਹੈ, ਐਸਾ ਕਿਹੜਾ ਪਲਾਨ ਹੈ ਕਿ ਜਿਹਦੇ ਨਾਲ ਕਿਸਾਨ ਵੀ ਬਿਹਤਰ ਹੋਵੇ ਔਰ ਮਿਡਲਮੈਨ ਦਾ ਕਿਰਦਾਰ ਵੀ ਖਤਮ ਹੋਵੇ ਤੇ ਕਿਸੇ ਤਰੀਕੇ ਨਾਲ ਸਾਡਾ ਜ਼ਿਮੀਂਦਾਰ ਤਬਕਾ ਖੁਸ਼ਹਾਲ? ਪਹਿਲੇ ਸਾਲ 3 ਫਸਲਾਂ ਗਵਰਨਮੈਂਟ ਲਵੇ, ਗੰਦਮ, ਮਕਈ ਔਰ ਕਮਾਦ। ਗਵਰਨਮੈਂਟ ਲਵੇ ਅੱਛਾ, ਟੋਟਲ ਗਵਰਨਮੈਂਟ ਲਵੇ। ਉਹਦੇ ਬੜੇ ਤਰੀਕੇ ਹੈਗੇ, ਸਾਡੇ ਵਰਗੇ ਜ਼ਿਮੀਂਦਾਰ ਕੋ ਹੈਗੇ, ਕੋਈ ਬੰਦਾ ਫਿਰ ਕਿਸੇ ਨੂੰ ਪ੍ਰਾਈਵੇਟਲੀ ਨਹੀਂ ਦੇਗਾ। 5% ਟੈਕਸ ਮੈਂ ਤਜਵੀਜ਼ ਕਰਦਾ ਕਿ ਜ਼ਿਮੀਂਦਾਰ ਕੋ ਲੈ ਲਿਆ ਜਾਵੇ। ਜ਼ਿਮੀਂਦਾਰ ਨੂੰ ਅਗਰ ਪਹਿਲੇ ਪਤਾ ਹੋਵੇ ਨਾ ਕਿ ਮੇਰੀ ਇਹ ਫਸਲ ਇਹਨੇ ਦੀ ਬੀਜਣੀ ਹੈ, ਉਹਦੀ 30 ਤੋਂ 35% ਉਹਦੀ ਪੈਦਾਵਾਰੀ ਵੱਧ ਜਾਂਦੀ ਹੈ। ਅੱਛਾ, ਸਾਡਾ ਮਸਲਾ ਇਹ ਹੈ ਕਿ ਜ਼ਿਮੀਂਦਾਰ ਜਦੋਂ ਫਸਲ ਬੀਜਦਾ ਉਹ ਬੇਦਿਲੀ ਨਾਲ ਬੀਜਦਾ ਵਾ। ਹੁਣ ਲੋਕ ਗੱਲਾਂ ਕਰ ਰਹੇ ਵੀ ਕਬਾਦ ਨਾਲ ਵੀ ਇਦਾਂ ਹੀ ਹੋਣੀ ਆ, ਮੱਕੀ ਨਾਲ ਕਣਕ ਨਾਲ ਹੋ ਗਈ ਆ, ਔਰ ਗਾਂ ਕਪਾਹ ਨਾਲ ਵੀ ਇਦਾਂ ਹੀ ਹੋਣੀ ਆ। ਜਦੋਂ ਤੁਹਾਨੂੰ ਪਤਾ ਕਿ ਬੰਦੇ ਦੇ ਸਾਹਮਣੇ ਕੋਈ ਮੰਜ਼ਿਲ ਨਾ ਹੋਵੇ, ਬਾਜ਼ ਬੰਦਾ ਕੰਮ ਨਹੀਂ ਕਰਦਾ, ਕਰ ਸਕਦਾ ਹੀ ਨਹੀਂਗਾ। ਜਦੋਂ ਤੁਸੀਂ ਸਿਰਫ ਆਪਣੇ ਜ਼ਿਮੀਂਦਾਰ ਨੂੰ ਨਾ ਇੱਕ ਹੌਸਲਾ ਦੇਣਾ ਕਿ ਤੇਰੀ ਇਹ ਫਸਲ ਇੰਨੇ ਦੀ ਹੋਏਗੀ, ਉਹ ਚ ਫਿਰ ਬੜੇ ਫਾਇਦੇ ਆ। ਸੇਲ ਟੈਕਸ ਰਿਕਾਰਡ ਆਏਗਾ, ਇਨਕਮ ਟੈਕਸ ਰਿਕਾਰਡ ਆਏਗਾ, ਜ਼ਿਮੀਂਦਾਰ ਸਾਰੇ ਤੁਹਾਡੇ ਟੈਕਸ ਨੈਟ ਚ ਆ ਜਾਣਗੇ। ਔਰ ਸਭ ਤੋਂ ਵੱਡੀ ਗੱਲ ਵੀ ਜਿਹੜੀਆਂ ਫਸਲਾਂ ਅਸੀਂ ਬਾਹਰ ਮੰਗਾਉਂਦੇ ਆ, ਅਸੀਂ ਸਮਝਦੇ ਵੀ ਇਸ ਸਾਲ ਅਸੀਂ ਇਸ ਫਸਲ ਤੇ ਇੰਨੇ ਡਾਲਰ ਖਰਚੇ ਆ, ਅਸੀਂ ਅਗਲੀ ਵਾਰੀ ਉਸ ਫਸਲ ਦਾ ਰੇਟ ਵਧਾ ਕੇ ਦੂਸਰੀ ਦਾ ਘਟਾ ਕੇ ਉਹਨੂੰ ਵੀ ਰੋਕ ਸਕਦੇ ਆ। ਔਰ ਅਗਲੇ ਸਾਲ ਫਿਰ 3 ਫਸਲਾਂ ਲੈ ਆਉਣ, ਅਗਲੇ ਸਾਲ ਫਿਰ 3 ਲੈ ਆਉਣ, ਔਰ ਹਰ ਯੂਸੀ ਲੈਵਲ ਤੇ ਜਾਂ 3 ਯੂਸੀ ਲੈਵਲ ਤੇ 2 ਯੂਸੀ ਲੈਵਲ ਤੇ ਇੱਕ ਪੁਆਇੰਟ ਬਣ ਜਾਵੇ ਜਿੱਥੋਂ ਜ਼ਿਮੀਂਦਾਰਾਂ ਨੂੰ ਪੈਸਟੀਸਾਈਡ, ਫਰਟੀਲਾਈਜ਼ਰ ਔਰ ਤੁਹਾਡਾ ਥਾਂ ਸਭ ਕੁਝ ਉੱਥੇ ਹੋ ਸਕਦਾ ਵਾ। ਏਦਾਂ ਅਗਰ ਤੁਸੀਂ 300 ਦੀ ਬਜਾਏ 300 ਅਰਬ ਦੀ ਬਜਾਏ ਤੁਸੀਂ 3000 ਅਰਬ ਕਰਜ਼ਾ ਦੇ ਦਿਓ, ਇਹ ਘੁੰਮ ਘੁਮਾ ਕੇ ਮਿਡਲਮੈਨ ਦੀ ਜੇਬ 'ਚ ਜਾਣਾ ਵਾ। ਇਹ ਮੁਤਾਲਬਾ ਮੈਂ ਤੇ ਨਾ ਐਗਰੀ ਨਹੀਂ ਕਰਦਾ ਕਿ ਪੰਜਾਬ ਸਰਕਾਰ ਕਹਿੰਦੀ ਅਸੀਂ ਮਿਡਲਮੈਨ ਨੂੰ ਬਚਾਇਆ ਵਾ। ਮਿਡਲਮੈਨ ਕੋ ਬਚਿਆ ਨਹੀਂ, ਬਲਕਿ ਜ਼ਿਮੀਂਦਾਰ ਲੁੱਟਿਆ ਗਿਆ ਮਿਡਲਮੈਨ ਦੇ, ਔਰ ਮਿਲ ਮਾਫੀਆ ਦੇ ਹੱਥੋਂ ਲੁੱਟਿਆ ਗਿਆ। ਇਹਨੂੰ ਕਿਵੇਂ ਫਿਰ ਰੋਕਿਆ ਜਾਵੇਗਾ? ਕਿਸ ਤਰੀਕੇ ਨਾਲ ਤੁਸੀਂ ਸਮਝਦੇ ਹੋ ਕਿ ਵੀ ਇਹ ਜਿਹੜੀ ਤੁਸੀਂ ਇੱਕ ਸੁਜੈਸ਼ਨ ਦੇ ਰਹੇ ਹੋ, ਕਿ ਅਗਰ ਇਹਦੇ ਤੇ ਅਮਲ ਕੀਤਾ ਜਾਂਦਾ ਤੇ ਇੱਕ ਸਾਰਾ ਕਿਰਦਾਰ ਰੁਕ ਸਕਦਾ? 100% ਰੁਕ ਜਾਏਗਾ। ਦੇਖੋ ਜਦੋਂ ਤੁਹਾਨੂੰ ਪਤਾ ਹੋਏਗਾ ਵੀ ਸਾਡੇ ਆ ਜ਼ਿਮੀਂਦਾਰ ਉਹਨਾਂ ਕੋ ਅਸੀਂ ਗੰਦਮ ਲੈ ਲਈਏ, ਉਹ ਸਾਰੇ ਬੰਦੇ ਟੈਕਸ ਨੈਟ ਚ ਨਾ ਆ ਗਏ। ਮੈਂ ਤੁਹਾਨੂੰ ਕਮਾਦ ਦੀ ਮਿਸਾਲ ਦਿੰਦਾ ਵਾ। ਕਮਾਦ ਅਸੀਂ 60-70 ਰੁਪਏ ਸਸਤਾ ਇਸ ਲਈ ਦੇ ਦਿੰਦੇ, ਕੋਈ ਮਿਲ ਵਾਲੇ ਪੈਸੇ ਨਹੀਂ ਦਿੰਦੇ। ਅਗਰ ਉਹ 60-70 ਰੁਪਏ ਦੇ ਵਿੱਚੋਂ ਅੱਧੇ ਪੈਸੇ ਗਵਰਨਮੈਂਟ ਰੱਖ ਲਵੇ, ਖਰਬਾਂ ਰੁਪਇਆ ਨਹੀਂ ਇਕੱਠਾ ਹੋ ਜਾਏਗਾ ਟੈਕਸ ਦਾ। ਤੇ ਹਰ ਮਿਲ ਨੂੰ ਜਦੋਂ ਗੰਨਾ ਜਾਏਗਾ ਤਾਂ ਪਤਾ ਲੱਗ ਜਾਏਗਾ ਇੰਨੇ ਟਨ ਇਹਨੇ ਲਿਆ ਤੇ ਇਹਨਾਂ ਦਾ ਸੇਲ ਟੈਕਸ ਬਣਨਾ, ਸੇਲ ਟੈਕਸ ਚੋਰੀ ਖਤਮ ਹੋ ਜਾਏਗੀ, ਇਨਕਮ ਟੈਕਸ ਚੋਰੀ ਖਤਮ ਹੋ ਜਾਏਗੀ, ਔਰ ਜ਼ਿਮੀਂਦਾਰ ਵੀ ਟੈਕਸ ਨੈਟ ਚ ਆ ਜਾਏਗਾ, ਉੱਥੋਂ ਵੀ ਪੈਸਾ ਇਕੱਠਾ ਹੋਏਗਾ। ਮੈਸਿਵ ਇਤਜਾਜ ਕੀਤਾ ਤੁਸੀਂ, ਸਾਰੇ ਕਿਸਾਨ ਇੱਕ ਕਿਸਮ ਦਾ ਪੰਜਾਬ ਅਸੈਂਬਲੀ ਦੇ ਸਾਹਮਣੇ ਵੀ ਗਏ, ਅੱਛਾ ਇਸਲਾਮਾਬਾਦ ਵੀ ਕੀਤਾ, ਕੀ ਉਹਦਾ ਕੋਈ ਇੰਪੈਕਟ ਨਿਕਲਿਆ? ਸਰ ਕੋਈ ਇੰਪੈਕਟ ਨਹੀਂ ਗਾ। ਅਸਲ ਦੇ ਵਿੱਚ ਗੱਲ ਇਹ ਨਾ ਜੀ, ਸਿਆਸੀ ਲੋਕ ਜਿਹੜੇ ਆ ਉਹ ਅਸੈਂਬਲੀ ਦੇ ਅੰਦਰ, ਹੁਣ ਮੁਸਲਿਮ ਲੀਗ ਦੇ ਜਿਹੜੀ ਪਾਰਟੀ ਦੇ ਅੰਦਰ ਲੋਕ ਆ ਉਹਨਾਂ ਨੂੰ ਦੇਖੋ ਚੀਫ ਮਿਨਿਸਟਰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਲੋਕਾਂ ਦਾ ਮੁਤਾਲਬਾ ਵਾ। ਤੁਹਾਡੀ ਬੇਸ ਹੀ ਮੁਆਸ਼ਤ ਜਿਹੜੀ ਉਹ ਜ਼ਰਾਅਤ ਐਗਰੀਕਲਚਰ ਦੇ ਨਾਲ ਇਹ ਸਲੂਕ ਹੋਏਗਾ। ਹੁਣ ਜੋ ਮਕਈ ਨਾਲ ਤੇ ਗੰਦਮ ਨਾ ਹੋਇਆ ਵਾ, ਇਹਨੂੰ ਜਿੰਨਾ ਮਰਜ਼ੀ ਤੁਸੀਂ ਕਰਜ਼ਾ ਦੇ ਦਿਓ। ਹੁਣ ਅਗਰ ਇਹੀ ਪੈਸਾ ਜ਼ਿਮੀਂਦਾਰ ਕੋ 4500 ਦੇ ਖਰੀਦ ਲੈਂਦੇ, ਇਸ ਪੈਸੇ ਦੀ ਸਰਕੂਲੇਸ਼ਨ ਮਹਿੰਗਾਈ ਦੀ ਬੁਰੀ ਹੁੰਦੀ।
ਮਹਿੰਗਾਈ ਬੰਦੇ ਜਿਹੜੇ ਆ ਉਹ ਜਦੋਂ ਉਹਨਾਂ ਦੀ ਆਮਦਨ ਹੋਵੇ, ਔਰ ਬਹੁਤ ਸਾਰੇ ਤਾਂ ਲੋਕ ਇੰਗਲੈਂਡ ਦੀ ਗੱਲ ਕਰਦੇ, ਸਾਡੇ ਨਾਲ ਬਹੁਤ ਸਾਰੀਆਂ ਚੀਜ਼ਾਂ 80% ਚੀਜ਼ਾਂ ਸਾਡੇ ਨਾਲ ਮਹਿੰਗੀਆਂ ਉੱਥੇ, ਲੇਕਿਨ ਉਹਨਾਂ ਕੋਲ ਰੋਜ਼ਗਾਰ ਹੈਗਾ ਵਾ। ਇਹ ਨਹੀਂ ਕੋਈ ਬੰਦਾ ਕਹਿ ਸਕਦਾ ਕਿ ਮੈਂ ਕੰਜੂਸੀ ਕਰਾਂਗਾ ਤਾਂ ਮੈਂ ਅਮੀਰ ਹੋ ਜਾਵਾਂਗਾ, ਕੰਮ ਕਰਿਆ ਅਮੀਰ ਹੋਏਗਾ। ਤੁਸੀਂ ਮੁਸ਼ਤ ਦਾ ਪਹੀਆ ਘੁੰਮੇਗਾ ਨਾ ਜੀ। ਇਹ ਹੁਣ ਜਿਹਦੀ ਗੰਦਮ ਦੀ ਐਡੀ ਬੰਪਰ ਕ੍ਰਾਪ ਹੋਈ ਸੀ, ਇੰਨਾ ਪੈਸਾ ਆਣਾ ਸੀਗਾ, ਫਰਜ਼ ਕਰੋ ਦੇਖੋ ਜੀ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦੇ ਤੁਸੀਂ ਪੈਸੇ ਦਿੰਦੇ ਹੋ, ਤੁਸੀਂ ਉਹਨੂੰ ਗੰਦਮ ਦੇ ਦਿੰਦੇ। ਕਈ ਹੱਲ ਮੌਜੂਦ ਆ, ਸਾਰੇ ਮਹਿਕਮੇ ਥੋੜਾ ਥੋੜਾ ਘੱਟ ਲਾ ਕੇ 2 ਸਾਲ ਲਈ BISP ਦਾ ਜਿਹੜਾ ਇਹਨਾਂ ਦਾ ਪ੍ਰੋਗਰਾਮ ਆ ਉਹਦੇ ਲਈ ਗੰਦਮ ਲੋਕਾਂ ਨੂੰ ਦੇ ਦਿੱਤੀ ਜਾਂਦੀ, ਉਹ ਫ੍ਰੀ ਦੇਣੀ ਹੈ ਨਾ। ਫਿਰ ਜਿੱਦਾਂ ਹੁਣ ਉਹ ਪੈਸਾ ਹੈਗਾ ਜਿਹੜਾ ਅਸੀਂ ਉੱਥੇ ਦਿੰਨੇ ਆ, ਉਹੋ ਹੀ ਪੈਸਾ ਅਗਰ 1 ਸਾਲ ਸਕੂਲ ਤੇ ਲੱਗ ਜਾਵੇ, ਗਵਰਨਮੈਂਟ ਉਹੀ ਪੈਸਾ ਲੈ ਕੇ, ਲੋਕ ਉਹੀ ਪੈਸਾ ਲੈ ਕੇ ਜਿਹੜੇ ਪ੍ਰਾਈਵੇਟ ਸਕੂਲ ਆ, ਇਹ ਕਿੱਡਾ ਵੱਡਾ ਪਿਛਲੇ 30 ਸਾਲ ਤੋਂ ਜਿਹੜੇ ਸਾਡੇ ਲੋਕਾਂ ਨੂੰ ਅਸੀਂ ਕਹਿੰਦੇ ਕਿ ਨੌਜਵਾਨ ਨਸਲ ਬੇਹੰਗਮ ਹੋਈ, ਉਹਨਾਂ ਦੀ ਤਰਬੀਅਤ ਹੀ ਕੋਈ ਨਹੀਂ ਗਈ। ਤੋ 10 ਪੜੀਆਂ ਸਤਾਨੀਆਂ ਸਰ, ਮੇਰਾ ਖਿਆਲ ਆ ਕਿ 5-6% ਸਕੂਲ ਹੋਣੇ ਆ ਜਿੱਥੇ ਕੁਆਲੀਫਾਈਡ ਟੀਚਰ ਆ, ਬਾਕੀ ਸਾਰੇ 10 ਪੜੀਆਂ 12 ਪੜੀਆਂ 7 ਪੜੀਆਂ ਟੀਚਰ ਆ 5-5 7-7 ਹਜ਼ਾਰ ਤੇ ਲੋਕਾਂ ਨੇ ਹਾਇਰ ਕੀਤੀਆਂ ਵਾ। ਔਰ ਜਿੱਥੇ MSc ਟੀਚਰ ਆ ਸਰਕਾਰੀ ਸਕੂਲ ਦੇ ਅੰਦਰ, ਉੱਥੇ ਆਪਾਂ ਬੱਚੇ ਨਹੀਂ ਭੇਜਦੇ ਕਿਉਂ ਸਾਨੂੰ ਗਵਰਨਮੈਂਟ ਤੇ ਕੌਨਫੀਡੈਂਸ ਹੈ ਨਹੀਂਗਾ। ਅਗਰ ਇਹੀ ਪੈਸਾ ਅਗਰ ਉੱਥੇ ਲਾਈਏ ਤਾਂ ਹੱਥ ਹੀ ਵਟਾਇਆ ਜਾਣਾ ਨਾ। ਗਵਰਨਮੈਂਟ ਕੋ ਪੈਸੇ ਲੈ ਕੇ ਉਹ ਪ੍ਰਾਈਵੇਟ ਸਕੂਲਾਂ ਦੀ ਫੀਸ ਦੇ ਦਿੰਦੇ ਆ, ਤਾਂ ਅਗਰ ਉਹਨਾਂ ਨੂੰ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਨੂੰ ਇਤਮਾਦ ਬਹਾਲ ਕਰਾਤਾ ਜਾਵੇ, ਇਹੀ ਪੈਸਾ ਐਡੀ ਵੱਡੀ ਰਕਮ ਆ, ਉਹ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਾ ਕੇ ਉੱਥੇ ਦਿਖਾਉਣ ਵਾਲਾ ਸਿਸਟਮ ਜਿੱਦਾਂ ਵਰਲਡ 'ਚ ਹੁੰਦਾ ਵਾ। ਅਗਰ ਤਲੀਮੀ ਮਿਆਰ ਨੂੰ ਇਹ ਗਵਰਨਮੈਂਟ ਇੰਟਰਨੈਸ਼ਨਲ ਸਟੈਂਡਰਡ ਦਾ ਕਰ ਜਾਏ ਤਾਂ ਮੈਂ ਕਹਿੰਦਾ ਪਾਕਿਸਤਾਨ ਚੇਂਜ ਹੋਣਾ ਸ਼ੁਰੂ ਹੋ ਜਾਏ। ਅੱਛਾ, ਤੁਹਾਡੇ ਹਲਕੇ ਦਾ ਪੂਰਾ ਇਨਫਰਾਸਟ੍ਰਕਚਰ ਤਬਾਹ ਹੋਇਆ ਹੈ। ਅੱਛਾ, ਪਿਛਲੀ ਦਫਾ ਵੀ ਕੀ ਕਹਿੰਦੇ ਨੇ ਕਿ ਤੁਹਾਡੇ ਉਹ ਇਸ ਤਰ੍ਹਾਂ ਹੋ ਨਾ ਸਕਿਆ, ਅੱਜ ਵੀ ਡਿਜਕੋਟ ਸਮੇਤ ਇੱਕ ਕਿਸਮ ਦਾ ਜਿਹੜਾ ਸਭ ਤੋਂ ਤੁਹਾਡਾ ਤਰੱਕੀ ਯਾਫਤਾ ਟਾਊਨ ਹੈ, ਅੱਛਾ ਉਹਦੀਆਂ ਵੀ ਗਲੀਆਂ ਸੀਵਰੇਜ ਸਭ ਕੁਝ ਤਬਾਹ ਹਾਲ ਹੈ। क्या ਤੁਸੀਂ ਸਮਝਦੇ ਹੋ ਕਿ ਇੱਥੇ ਹੁਣ ਫਿਰ ਇੱਕ ਕਿਸਮ ਦਾ ਖਲਾ ਪੈਦਾ ਹੋ ਗਿਆ, ਉੱਤੇ ਫਿਰ PTI ਦਾ ਬੰਦਾ ਜਿੱਤਿਆ, ਤੇ ਐਸਾ ਕੀ ਚੀਜ਼ ਹੈ ਕਿ ਗਵਰਨਮੈਂਟ ਦੀ ਸਤਹ ਤੇ ਤੁਸੀਂ ਚਾਹੋਗੇ ਕਿ ਕਮ ਅਜ਼ ਕਮ ਤੁਹਾਡੇ ਹਲਕੇ ਦੀ ਹਾਲਤ ਤੇ ਬਦਲੇ, ਉਹਦਾ ਇਨਫਰਾਸਟ੍ਰਕਚਰ ਤੇ ਕੰਮ ਹੋਵੇ? ਸਰ ਮੁਸਲਿਮ ਲੀਗ ਦੀ ਗਵਰਨਮੈਂਟ ਉਹਨਾਂ ਦਾ ਰਾਬਤਾ ਹੀ ਨਹੀਂਗਾ। PTI ਦੇ MNA ਫਿਰ ਰਹੇ ਆ, ਤੁਸੀਂ ਚੈੱਕ ਕਰ ਲਓ। ਰਾਬਤੇ ਤੋਂ ਬਗੈਰ ਹੁਣ ਸਿਆਸਤ ਮੈਂ ਇਸ ਲਈ ਕਹਿੰਦਾ ਨਾ ਚੇਂਜ ਹੋ ਗਈ ਹੈ। ਹੁਣ ਰਾਬਤੇ ਤੋਂ ਬਗੈਰ ਕੋਈ ਬੰਦਾ ਜ਼ਿੰਦਾ ਨਹੀਂ ਰਹਿ ਸਕਦਾ। ਆਵਾਮ ਦਾ ਦੁੱਖ ਸੁਣਿਓ ਬਗੈਰ, ਦੁੱਖ ਸੋਚ ਸ਼ਾਮਲ ਹੋਇਓ ਬਗੈਰ ਉਹ ਵੀ ਕੀ ਅਸੈਂਬਲੀ 'ਚ ਗੱਲ ਕਰੇਗਾ? ਜਾਂ ਪਾਰਟੀ ਨੂੰ ਜਦੋਂ ਲੋਕਾਂ ਨੂੰ ਪਤਾ ਹੋਏਗਾ ਮਸਇਲ ਦਾ ਗੱਲ ਕਰੇਗਾ ਨਾ। ਚਲੋ ਲੂਜ਼ ਵੀ ਕਰਕੇ ਲੋਕਾਂ ਨਾਲ ਰਾਬਤੇ 'ਚ ਰਹਿਣ। ਸਿਆਸਤ ਹੁਣ ਜੀ 24 ਆਵਰ ਡਿਊਟੀ ਆ। ਹੁਣ ਉਹ ਸਿਸਟਮ ਨਹੀਂ ਚੱਲਣਾ ਕਿ 5 ਸਾਲ ਬਾਅਦ ਮੂੰਹ ਦਿਖਾਓ ਤੁਸੀਂ ਕਾਮਯਾਬ ਹੋ, ਜਿਸ ਮਰਜ਼ੀ ਪਾਰਟੀ ਦਾ ਟਿਕਟ ਲੈ ਕੇ ਆ ਜਾਓ। ਹੁਣ ਫਰਕ ਕਰਨਾ ਪੈਣਾ। ਜਿਸ ਤੁਹਾਡੇ ਨਾਲ ਯੂਥ ਬਹੁਤ ਜ਼ਿਆਦਾ ਇੰਗੇਜ, ਮੈਂ ਖੁਦ ਇਸ ਹਲਕੇ 'ਚ ਬਹੁਤ ਜ਼ਿਆਦਾ ਕੰਮ ਕੀਤਾ, ਯੂਥ ਤੁਹਾਡੇ ਨਾਲ ਇੱਕ ਕਿਸਮ ਦੀ ਇੰਟੈਕਟ ਹੈ। ਇਸ ਯੂਥ ਨੂੰ ਆਪਣੇ ਨਾਲ ਮਜ਼ੀਦ ਬਿਹਤਰ ਤਰੀਕੇ ਨਾਲ ਲਾਇਜ਼ਨ ਬਣਾਉਣ ਵਾਸਤੇ ਤੁਹਾਡਾ ਕੀ ਪਲਾਨ ਹੈ? ਕੀ ਤੁਸੀਂ ਸਮਝਦੇ ਹੋ ਕਿ ਆਉਣ ਵਾਲੇ ਇਲੈਕਸ਼ਨ ਤੱਕ ਤੁਸੀਂ ਉਸ ਇੱਕ ਕਿਸਮ ਦਾ ਯੂਥ ਨੂੰ ਆਪਣੇ ਨਾਲ ਇੰਗੇਜ ਰੱਖੋਗੇ? ਸਰਪ੍ਰਾਈਜ਼ ਇਨਸ਼ਾਅੱਲਾ ਸਾਡੀ ਮੂਵ ਹੋਏਗੀ। ਸਰਪ੍ਰਾਈਜ਼ ਮੂਵ ਹੋਏਗੀ ਇਨਸ਼ਾਅੱਲਾ। ਜਿਹੜੀਆਂ ਦੇਖੋ ਨਾ ਬੰਦਾ ਜਿਹੜੀ ਹਾਰ ਹੁੰਦੀ ਹੈ ਨਾ ਬਹੁਤ ਕੁਝ ਤੁਹਾਨੂੰ ਸਿਖਾਉਂਦੀ ਹੈ। ਸਾਡਾ ਤੇ ਇੱਕ ਫੈਸਲਾ ਮੈਂ ਕਹਿੰਦਾ ਦੇਖੋ ਜੀ, ਅਗਰ ਪਾਰਟੀ ਲਈ ਮੈਂ ਜਿੱਡੀ ਫਰੰਟ ਫੁੱਟ ਤੇ ਆ ਕੇ ਮੇਰੇ ਪੇਜ ਤੇ ਹਰ ਚੀਜ਼ ਮੌਜੂਦ ਆ ਤੇ ਪਾਰਟੀ ਦੇ ਅੰਦਰ ਅਸੀਂ ਕੰਮ ਕਰਨਾ ਚਾਹੁੰਦੇ ਸੀ, ਗਵਰਨਮੈਂਟ 'ਚ ਆ ਕੇ ਕੰਮ ਕਰਨਾ ਚਾਹੁੰਦੇ ਸੀ, ਔਰ ਮੈਂ ਸਪੈਸ਼ਲ ਕਿਸਾਨ ਲਈ ਔਰ ਐਗਰੀ ਇਹਦੇ ਲਈ ਡੇਅਰੀ ਲਈ ਔਰ ਐਜੂਕੇਸ਼ਨ ਲਈ ਕੰਮ ਕਰਨਾ ਚਾਹੁੰਦਾ ਸੀ, ਫਿਰ ਕੰਸਟਰਕਸ਼ਨ ਇੰਡਸਟਰੀ ਲਈ ਟੈਕਸੇਸ਼ਨ ਲਈ ਕੰਮ ਕਰਨਾ ਚਾਹੁੰਦਾ ਸੀ। ਸਾਡੇ ਲੋਕਾਂ ਨੂੰ ਹਜੇ ਸ਼ੌਰ ਨਹੀਂ ਹੈਗਾ ਔਰ ਅਸੀਂ ਇਹ ਤੋਂ ਨਾ ਕਦੀ ਨਾ ਉਮੀਦ ਹੋਣਾ ਵਾ। ਅਸੀਂ ਜਿਸ ਮਕਸਦ ਲਈ ਕਰ ਰਹੇ ਹਾਂ ਰੱਬ ਦਾ ਸਾਡਾ ਮਾਮਲਾ ਵਾ। ਇਨਸ਼ਾਅੱਲਾ ਇਹਦੇ ਉੱਤੇ ਅਸੀਂ ਡਟ ਕੇ ਆਪਣਾ ਜਿਹੜਾ ਨਾ ਗੁਰਬਤ ਦੀ ਵਜ੍ਹਾ ਤੇ ਗੱਲ ਕਰਨੀ। ਔਰ ਮੈਂ ਸਮਝਦਾ ਜਿੰਨੀ ਦੇਰ ਸਾਡਾ ਆਮ ਨੌਜਵਾਨ ਅਸੈਂਬਲੀ 'ਚ ਜਾਣ ਲੱਗਿਆ ਉਹਦੇ ਜ਼ਿਹਨ 'ਚ ਇਹ ਸਵਾਲ ਨਾ ਆਇਆ ਕਿ ਮੇਰੇ ਕੋਲ ਪੈਸੇ ਹੈ ਨਹੀਂਗੇ, ਸਾਡਾ ਪਾਕਿਸਤਾਨ ਸਾਰਿਆਂ ਨੂੰ ਉੱਤੇ ਹੋਏਗਾ ਇਨਸ਼ਾਅੱਲਾ। ਹੁਣ ਦੇਖੋ ਨਾ ਕਿ ਆਪਾਂ ਪੈਸੇ ਦਿੰਨੇ ਆ, ਬੜੇ ਪੈਕੇਜ ਅਨਾਉਂਸ ਹੁੰਦੇ ਆ। ਹੁਣ ਸਾਡਾ ਸਭ ਤੋਂ ਵੱਡਾ ਮਸਲਾ ਕੀ ਆ? એનર્ਜੀ। ਔਰ ਉਹਦੇ ਲਈ ਸੋਲਰ ਸਾਡੇ ਕੋਲ ਬਿਹਤਰੀਨ ਆਪਸ਼ਨ ਆ। ਅਗਰ ਉਹੀ ਕਰਜ਼ੇ ਆਪਾਂ ਕਿਸੇ ਨੂੰ, ਜਿੱਦਾਂ ਹੁਣ ਬੇਨਜ਼ੀਰ ਵਾਲਾ ਪੈਸਾ ਮੈਂ ਅਗੇਨ ਗੱਲ ਕਰਦਾ, ਉਹਦੇ ਉੱਤੇ ਅਗਰ 100 ਯੂਨਿਟ ਜਿਹੜਾ ਇਸਤੇਮਾਲ ਕਰਦਾ ਉਹਨੂੰ ਸੋਲਰ ਦੇ ਦਿੱਤਾ ਜਾਵੇ ਤਾਂ ਮੈਂ ਕਹਿੰਦਾ ਉਹ ਕੋਈ ਕਿਸ਼ਤਾਂ ਨਾਲ ਪੈਸੇ ਵੀ ਭਾਵੇਂ ਸਾਲ 2 ਸਾਲ ਲੈ ਲੈ ਜਾਣ, ਔਰ ਹਰ ਇੱਕ ਸੋਲਰ ਤੁਹਾਡੀ ਮੁਲਕੀ ਮੁਇਸ਼ਤ ਦੇ ਵਿੱਚੋਂ ਇੱਕ ਯੂਨਿਟ ਲਾਉਂਦਾ ਜਾਏਗਾ। ਤੁਹਾਨੂੰ ਫਰਨਸ ਆਇਲ ਨਹੀਂ ਲੈਣਾ ਪਏਗਾ, ਐਸਾ ਤੁਹਾਡੀ IPP ਤੋਂ ਜਾਨ ਛੁੱਟ ਜਾਏਗੀ। ਯਾਨੀ ਕਿ ਸ਼ੁਰੂਆਤ ਕਰਨ ਦੀ ਲੋੜ ਆ। ਔਰ ਜਿਹਨੂੰ ਕਹਿੰਦੇ ਹੁੰਦੇ ਨਾ ਬੇਸ 'ਚ ਜਾ ਕੇ ਇਹ ਜਿਹੜੇ ਹੈਗੇ ਨਾ ਕਿ ਮਕਬੂਲ ਫੈਸਲੇ ਕਰਨੇ, ਜਿੱਦਾਂ ਉਹ ਕਹਿੰਦੇ ਹੁਣ ਅਸੀਂ 10 ਦੀ ਰੋਟੀ ਕਰਦੀ ਦੇਰ ਤੱਕ ਨਹੀਂ ਚੱਲਣੀ, ਜ਼ਿਮੀਂਦਾਰ ਗੰਦਮ ਨਾ ਲਾਉਣਗੇ, ਫਿਰ ਡਾਲਰ ਖਰਚੇ ਜਾਣਗੇ ਬਾਹਰ। ਅਸੀਂ ਚਾਹੁੰਦੇ ਆ ਕਿ ਸਾਡਾ ਮੁਲਕ ਆ, ਸਾਡਾ ਤਾਂ ਕੋਈ ਕਾਰੋਬਾਰ ਬਾਹਰ ਨਹੀਂਗਾ। ਔਰ ਅਲਹਮਦੁਲਿਲਾ ਮੈਂ ਆਪਣੀ ਲਾਈਫ ਦੀ ਤਾਂ ਅਸੀਂ ਤੇ ਇੱਥੇ ਰਹਿਣਾ। ਹਰ ਬੰਦਾ ਪਰੇਸ਼ਾਨ ਆ, ਕੋਈ ਕਾਰੋਬਾਰ ਨਹੀਂ ਹੈਗਾ, ਕੋਈ ਕਿਸੇ ਕੋ ਰੋਜ਼ਗਾਰ ਨਹੀਂ ਹੈਗਾ। ਔਰ ਉਹਦੇ ਵਿੱਚ ਮੈਂ ਕਹਿੰਦਾ ਕਿ ਸਟਾਰਟ ਲਿਆ ਜਾ ਸਕਦਾ ਵਾ એનર્ਜੀ ਦਾ ਵੀ ਯੂਨਿਟ ਘਟਾਉਣ, ਔਰ ਜ਼ਿਮੀਂਦਾਰ ਨੂੰ ਜੇ ਕਰਜ਼ਾ ਦੇਣਾ ਤਾਂ ਪਹਿਲਾਂ ਮਿਡਲਮੈਨ ਦਾ ਕੋਈ ਇਲਾਜ ਕਰ ਲੈਣ।
ਔਰ ਕੋਈ ਮੁਸ਼ਕਲ ਨਹੀਂਗਾ, ਬਗੈਰ ਪੈਸਿਆਂ ਨਾ ਹੋ ਸਕਦਾ ਵਾ। ਸਿਰਫ ਨਾ ਇੱਕ ਉਹਦੇ ਲਈ ਡੈਡੀਕੇਸ਼ਨ ਚਾਹੀਦੀ ਹੈ, ਕੋਈ ਐਸੀ ਟੀਮ ਚਾਹੀਦੀ ਹੈ ਜਿਹੜੀ ਉੱਤੇ ਡਟ ਜਾਵੇ ਔਰ ਉਹਨਾਂ ਨੂੰ ਪੂਰੀ ਸਪੋਰਟ ਹੋਵੇ ਆਪਣੀ ਪੰਜਾਬ ਸਰਕਾਰ ਦੀ। ਤੁਸੀਂ ਸਮਝਦੇ ਹੋ ਕਿ ਪੰਜਾਬ ਸਰਕਾਰ ਅਗਲੇ 5 ਸਾਲ ਕੱਢੇਗੀ ਜਾਂ ਉਸ ਤੋਂ ਪਹਿਲੇ ਇਲੈਕਸ਼ਨ ਹੋ ਸਕਦੇ ਨੇ? ਮੇਰਾ ਜ਼ਾਤੀ ਖਿਆਲ ਆ ਕਿ 3 ਸਾਲ ਤੋਂ ਪੱਕੇ ਆ। ਅੱਛਾ, ਅੱਗੇ ਪਾਕਿਸਤਾਨ 'ਚ ਕੁਝ ਕਿਹਾ ਨਹੀਂ ਜਾ ਸਕਦਾ, ਇੱਥੇ ਮੌਸਮ ਵਾਲਾ ਹਿਸਾਬ ਆ। ਅੱਛਾ, ਜੈਸੇ ਸਿਆਸਤ ਤੋਂ ਹਟ ਕੇ ਕੋਈ ਐਸੀ ਚੀਜ਼, ਐਸੀ ਕਿਹੜੀ ਹੌਬੀ ਜਿਹੜੀ ਚੌਧਰੀ ਅਜ਼ਹਰ ਜਵੇਦ ਗੁੱਜਰ ਰੋਜ਼ਾਨਾ ਕਰਨਾ ਚਾਹੁੰਦੇ ਨੇ? ਵੀ ਉਹ ਨਾ ਕਰਨ ਤੇ ਫਿਰ ਦਿਨ ਨਹੀਂ ਗੁਜ਼ਰਦਾ। ਡੇਰੀ ਜੀ ਆਪਣੇ ਮਾਲ ਡੰਗਰ, ਅੱਛਾ, ਉਹ ਰੋਜ਼ ਜਾਈਦਾ ਵੇਲੀ, ਮੱਝਾਂ ਨਾਲ ਲਗਾਓ ਆ, ਉਹਨਾਂ ਜੀ ਪੈਦਾ ਹੋਏ ਆ। ਡੇਰੇ ਦੇ ਲਾਈਫ ਗੁਜ਼ਾਰੀ ਪਹਿਲਾਂ ਜ਼ਿਆਦਾ, ਤੇ ਉਹ ਮੱਝਾਂ ਨਾਲ ਬੜਾ ਜ਼ਿਆਦਾ ਲਗਾਓ ਆ ਮੇਰਾ, ਜਾਨਵਰਾਂ ਦੇ ਨਾਲ, ਤਕਰੀਬਨ ਸਾਰਿਆਂ ਦੇ ਨਾਲ। ਖਾਣ ਪੀਣ ਚ ਕੀ ਪਸੰਦ ਕਰਦੇ ਹੋ? ਖਾਣ ਪੀਣ ਜੋ ਲੱਭ ਜਾਵੇ ਜੀ। ਅੱਛਾ, ਦੇਸੀ ਚੂਚਾ ਬਹੁਤਾ ਪਸੰਦ ਹੈ। ਅੱਛਾ, ਸ਼ੋਰੇ ਵਾਲਾ। ਅੱਛਾ, ਖੁਸ਼ਬੂ ਕਿਹੜੀ ਲਗਾਉਂਦੇ ਹੋ? ਖੁਸ਼ਬੂ ਵੀ ਜਿਹੜੀ ਲੱਭ ਜਾਵੇ ਜੀ, ਕੋਈ ਏਡੇ ਜ਼ਿਆਦਾ ਨਹੀਂ ਹੈਗੇ ਇਹਦੇ ਬਾਰੇ ਚ। ਤੇ ਮਿਊਜ਼ਿਕ ਲਵਰ ਵੀ ਹੋ, ਮਿਊਜ਼ਿਕ ਵੀ ਸੁਣਦੇ ਹੋ? ਹਾਂ, ਬਿਲਕੁਲ ਸੁਣਦੇ। ਕਿਹਨੂੰ ਸੁਣਦੇ ਹੋ ਜ਼ਿਆਦਾ? ਪੁਰਾਣੀ ਗਜ਼ਲ ਜਿਹਦੀ ਵੀ ਚੰਗੀ ਹੋਵੇ। ਅੱਛਾ, ਪੁਰਾਣੇ ਗੀਤ ਜ਼ਿਆਦਾ ਪਸੰਦ ਕਰਦੇ? ਜ਼ਿਆਦਾ ਪਸੰਦ ਕਰਦੇ। ਹੁਣ ਫਾਸਟ ਬਹੁਤ ਆ ਗਿਆ ਨਾ, ਸਾਡਾ ਦਿਮਾਗ ਨਾ ਹੁਣ ਚੇਂਜ ਹੋ ਗਿਆ। ਸਾਡੀ ਉਹ ਜਨਰੇਸ਼ਨ ਆ ਵੀ ਜਿਨ੍ਹਾਂ ਨੇ 30 ਸਾਲਾਂ ਦੇ ਵਿੱਚ ਨਾ ਹਰ ਸ਼ੈ ਬਦਲਦੀ ਦੇਖੀ ਹੈ। ਅਸੀਂ ਚੁੱਲ੍ਹੇ ਅੱਗੇ ਬਹਿ ਕੇ ਰੋਟੀਆਂ ਖਾਣ ਵਾਲੇ ਬੰਦੇ ਆ, ਤੇ ਹੁਣ ਸਭ ਕੁਝ ਸਾਡੇ ਸਾਹਮਣੇ ਚੇਂਜ ਹੋਇਆ। ਅਸੀਂ ਖਰਾਸ ਦੇਖਣ ਵਾਲੇ ਬੰਦੇ ਆ। ਅਸੀਂ ਹਰ ਉਹ ਚੀਜ਼ ਦੇਖੀ ਆ ਜਿਹੜੀ ਸਮਝ ਲਓ ਵੀ 80 ਤੋਂ ਲੱਗ ਕੇ 90 ਵਿੱਚ ਫਿਰ ਚੇਂਜ ਹੋਣਾ ਸ਼ੁਰੂ ਹੋਇਆ ਵਾ। ਇਹ ਬਹੁਤ ਵੱਡਾ ਗੈਪ ਆਇਆ ਵਾ। ਇਦਾਂ ਮੈਂ ਕਹਿੰਦਾ ਕਿ ਪੋਲੀਟੀਕਲ ਜਿਹੜੀ ਸਾਡੇ ਲੋਕਾਂ ਦੀ ਸੋਚ ਆ, ਉਹ 'ਚ ਵੀ ਬੜਾ ਵੱਡਾ ਗੈਪ ਆ। ਹੁਣ ਪੁਰਾਣੇ ਘਸੇ ਪਿਟੇ ਤਰੀਕੇ ਚੱਲਣੇ ਨੇਗੇ। ਹੁਣ ਹਰ ਜਿਹੜੀ ਚੀਜ਼ ਤੁਹਾਡੀ ਜਿਹੜੀ ਅਕਾਊਂਟ ਹੋ ਰਹੀ ਆ। ਔਰ ਮੈਂ ਸਿਰਫ ਇੱਕ ਨੌਜਵਾਨਾਂ ਨੂੰ ਇੱਕ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਦੇਖੋ, ਗੱਲ ਨੂੰ ਤਸਦੀਕ ਕਰੋ ਬਗੈਰ ਸ਼ੇਅਰ ਨਾ ਕਰਿਆ ਕਰੋ, ਔਰ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਜਿਹੜੀ ਤੁਸੀਂ ਸਮਝੋ ਵੀ ਯਾਰ ਅਗਰ ਇਦਾਂ ਕੀਤਾ ਜਾਵੇ ਤੇ ਸਾਡਾ ਮੁਲਕ ਚੇਂਜ ਹੋ ਸਕਦਾ ਵਾ। ਅਗਰ ਉਹਨੂੰ ਅਸੀਂ ਇਹਨੂੰ ਹਥਿਆਰ ਬਣਾ ਲਈਏ ਨਾ, ਤੇ ਫਿਰ ਯਕੀਨਨ ਸਾਡੀ ਆਵਾਜ਼ ਸਾਡੀ ਸਰਕਾਰ ਤੱਕ ਪਹੁੰਚੇਗੀ। ਜਦੋਂ ਸਰਕਾਰ ਤੱਕ ਐਡੀ ਪੁਰਜ਼ੋਰ ਆਵਾਜ਼ਾਂ ਜਾਣਗੀਆਂ ਨਾ, ਤੇ ਇਹ ਫਿਰ ਚੇਂਜ ਹੋ ਅੱਗੇ ਮੁਸ਼ਕਲ ਸੀ ਨਾ। ਅੱਗੇ ਹਰ ਬੰਦੇ ਨੂੰ ਅਸੈਂਬਲੀ ਜਾਣਾ ਪੈਂਦਾ ਸੀ। ਹੁਣ ਬੰਦਾ ਘਰ ਬੈਠਿਆਂ ਵੀ ਆਪਣਾ ਜਿਹੜਾ ਨਾ ਉਹ ਭੇਜ ਸਕਦਾ ਵਾ। ਜੋਸਫ, ਜ਼ਿੰਦਗੀ 'ਚ ਕਦੇ ਮੁਹੱਬਤ ਵੀ ਹੋਈ? ਬਿਲਕੁਲ ਜੀ, ਮੁਹੱਬਤ ਕਿਹਨੂੰ ਨਹੀਂ ਹੁੰਦੀ। ਤੇ ਸੈਂਸਿਟਿਵ ਬੰਦਿਆਂ ਨੂੰ ਬਿਲਕੁਲ ਮੁਹੱਬਤ ਹੁੰਦੀ ਹੈ। ਅੱਛਾ, ਪਾਇਆ ਤਕਮੀਲ ਤੇ ਪਹੁੰਚੀ ਫਿਰ? ਉਹ ਜ਼ਰੂਰੀ ਨਹੀਂ ਹੁੰਦਾ ਕਿ ਮੁਹੱਬਤ ਪਾਇਆ ਤਕਮੀਲ ਤੇ ਵੀ ਪਹੁੰਚੇ। ਸ਼ਾਦੀ ਹੋਈ, ਅਲਹਮਦੁਲਿਲਾ, ਖੁਸ਼ ਹਾਂ ਅਸੀਂ। ਅਲਹਮਦੁਲਿਲਾ। ਜੋਸਫ, ਇੱਕ ਚੀਜ਼ ਜਿਹੜੀ ਮਿਸਾਲ ਤੌਰ ਤੇ ਬਹੁਤ ਸਾਰੇ ਕੀ ਕਹਿੰਦੇ ਨੇ ਕਿ ਦੇਖੀ ਜਾਂਦੀ ਹੈ ਕਿ ਸਿਆਸਤਦਾਨ ਜਿਹੜਾ ਨਾ ਉਹ ਇਲੈਕਸ਼ਨ ਲੜਦਾ ਹੈ, ਇਲੈਕਸ਼ਨ ਲੜਨ ਤੋਂ ਬਾਅਦ ਆਵਾਮ ਨੂੰ ਭੁੱਲ ਜਾਂਦਾ, ਆਵਾਮ ਦੇ ਕੋਲ ਫਿਰ ਜਿਵੇਂ ਕਹਿੰਦੇ ਦੁਬਾਰਾ ਜਾਣਾ ਗਵਾਰ ਨਹੀਂ ਕਰਦਾ। ਕਿ ਚੌਧਰੀ ਅਜ਼ਹਰ ਜਵੇਦ ਗੁੱਜਰ ਇਸ ਇੱਕ ਕਿਸਮ ਦਾ ਜਿਹੜਾ ਸਟਿਗਮਾ ਇਹਨੂੰ ਚੇਂਜ ਕਰਨਗੇ ਆਪਣੇ ਹਲਕੇ 'ਚ? ਤੁਸੀਂ ਇਨਸ਼ਾਅੱਲਾ ਇਹਨੇ ਰੋਜ਼ ਚਾਹੀਦਾ ਵਾ, ਕਦੀ ਵੀ ਨਹੀਂ ਅਸੀਂ ਇਦਾਂ ਕਰਦੇ ਕਿ ਬੰਦਿਆਂ ਦੀ ਖੁਸ਼ੀ ਗਮੀ ਸ਼ਾਮਲ ਰਹਿਣਾ ਚਾਹੀਦਾ ਔਰ ਰਹੀਦਾ ਵਾ। ਔਰ ਇਹਨੂੰ ਜਿੰਨਾ ਸਾਡੇ ਲਈ ਪੋਸੀਬਲ ਆ। ਸਿਆਸਤ ਹੁਣ ਦੇਖੇ 24 ਆਵਰ ਮੈਂ ਕਹਿੰਦਾ ਵਾ, ਅਸੀਂ ਨਾਲ ਬਿਜ਼ਨਸ ਵੀ ਕਰਦੇ ਆ, ਜ਼ਿਮੀਂਦਾਰਾਂ ਵੀ ਕਰਦੇ ਆ। ਇਹ ਵੀ ਸਾਡੇ ਮਸਾਇਲ ਬਹੁਤ ਜ਼ਿਆਦਾ ਵਾ ਇਸ ਵੇਲੇ। ਜਿਹੜਾ ਵੱਡਾ ਕਿਸੇ ਦਾ ਕਾਰੋਬਾਰ ਉਹਨਾਂ ਉਹ ਪਰੇਸ਼ਾਨ ਵੀ ਜ਼ਿਆਦਾ। ਲੇਕਿਨ ਜਿਹੜਾ ਟਾਈਮ ਮਿਲਦਾ ਵਾ ਬਿਲਕੁਲ ਚਾਹੀਦਾ ਵਾ। ਜੋ ਸਭ ਇੱਕ ਆਖਤ ਹੈ ਸਾਡੀ ਯੂਥ ਜਿਹੜੀ ਹੈ, ਸਾਡੇ ਸੋਸ਼ਲ ਮੀਡੀਆ ਦਾ ਤੁਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹੋ। ਅੱਛਾ, ਬਦਕਿਸਮਤੀ ਨਾਲ ਸਾਡੇ ਇੱਕ ਫੌਜ ਦੇ ਅਦਾਰੇ ਦੇ ਉੱਤੇ ਇੱਕ ਕਿਸਮ ਦਾ ਬੜਾ ਇਸਤਿਹਜ਼ਾਈਆ ਅੰਦਾਜ਼ ਨਾਲ ਪੋਸਟਾਂ ਲੱਗਦੀਆਂ ਨੇ। ਇਸਤਿਹਜ਼ਾਈਆ ਅੰਦਾਜ਼, ਉਹਨਾਂ ਦਾ ਮਜ਼ਾਕ ਹਾਕੇਜ਼ੀ ਔਰ ਬਕਾਇਦਾ ਠੱਠੇ ਉਡਾਏ ਜਾਂਦੇ ਨੇ ਚੀਫ ਆਫ ਆਰਮੀ ਸਟਾਫ ਤੱਕ, ਉਹਨਾਂ ਦੀ ਫੈਮਿਲੀ ਤੱਕ। ਤੁਸੀਂ ਕੀ ਸਮਝਦੇ ਹੋ ਕਿ ਇਹਦਾ ਕੀ ਸੱਦੇਵਾਬ ਹੋਣਾ ਚਾਹੀਦਾ, ਖਾਸ ਤੌਰ ਤੇ ਸਾਡੀ ਆਰਮੀ ਨੂੰ ਇੱਕ ਕਿਸਮ ਦਾ ਕਮਜ਼ੋਰ ਕਰਨ ਦੀ, ਜਿਹੜੀ ਇੱਕ ਕਿਸਮ ਦਾ ਨੌਜਵਾਨ ਜਿਹੜੇ ਨੇ ਉਸ ਇੱਕ ਕਿਸਮ ਦਾ ਸਾਜ਼ਿਸ਼ ਦਾ ਹਿੱਸਾ ਬਣ ਰਹੇ ਨੇ? ਸਰ, ਮੈਂ ਤੈਨੂੰ ਸਭ ਤੋਂ ਪਹਿਲੇ ਕੰਡੈਮ ਕਰਦਾ ਹਾਂ। ਆਰਮੀ ਸਾਡੇ ਮੁਆਸ਼ਰੇ ਦਾ ਹਿੱਸਾ ਵਾ, ਪੁਲਿਸ ਸਾਡੇ ਮੁਆਸ਼ਰੇ ਦਾ ਹਿੱਸਾ ਵਾ, ਮਹਿਕਮਾ ਸਿਹਤ, ਜਿੰਨੇ ਅਦਾਰੇ ਆ ਜਿਨ੍ਹਾਂ ਨਾਲ ਸਾਨੂੰ ਨਫ਼ਰਤ ਕਰਨੀ ਸਿਖਾਈ ਜਾ ਰਹੀ ਹੈ। ਕਿਸੇ ਇੱਕ ਬੰਦੇ ਦਾ ਕਸੂਰ ਹੋ ਸਕਦਾ ਵਾ, ਉਹ ਚ ਸਿਆਸਤਦਾਨ ਵੀ ਸ਼ਾਮਲ ਆ, ਉਹ ਚ ਅਸੀਂ ਇਲੈਕਸ਼ਨ ਲੜਿਆ ਪਬਲਿਕ ਵੀ ਸ਼ਾਮਲ ਆ। ਕੁਝ ਬੰਦੇ ਪੈਸੇ ਲੈ ਕੇ ਵੋਟ ਦਿੰਦੇ, ਕੁਝ ਵੋਟਾਂ ਵੀ ਦਿੰਦੇ ਆ। ਅਸੀਂ ਹੁਣ ਸਾਰੀ ਪਬਲਿਕ ਨੂੰ ਨਹੀਂ ਕਹਿ ਸਕਦੇ ਵੀ ਸਾਰੇ ਜਿਹੜੇ ਆ ਉਹ ਬਕਾਊ ਹੋ ਗਏ। ਇਦਾਂ ਹੀ ਇੱਕ ਗੱਲ ਮੇਰੀ ਬੜੀ ਜ਼ਿਹਨ ਚ ਆਉਂਦੀ ਆ ਕਿ ਜਿਹੜਾ ਲੀਬੀਆ ਦਾ ਸੀਗਾ ਗਜ਼ਾਫੀ, ਉਹਨੇ ਇੱਕ ਗੱਲ ਕਹੀ ਸੀਗੀ ਕਿ ਮੇਰੇ ਤੋਂ ਬਾਅਦ ਤੁਸੀਂ ਖੁਸ਼ਹਾਲੀ ਨੂੰ ਭੁੱਲ ਜਾਣਾ। ਤੁਸੀਂ ਦੇਖ ਲਓ ਕਿ ਤੁਹਾਡੇ ਸ਼ਾਮ ਚ ਕੀ ਹੋਇਆ, ਇਰਾਕ ਚ ਕੀ ਹੋਇਆ, ਇਰਾਨ ਚ ਕੀ ਹੋਣ ਜਾ ਰਿਹਾ ਵਾ। ਪਾਕਿਸਤਾਨ ਇੱਕ ਐਟਮਿਕ ਪਾਵਰ ਆ, ਔਰ ਜਦੋਂ ਦੇ ਤੁਸੀਂ ਧਮਾਕੇ ਕੀਤੇ ਉਸ ਤੋਂ ਬਾਅਦ ਇੱਕ 5th ਜਨਰੇਸ਼ਨ ਵਾਰ ਦੀ ਸ਼ਕਲ ਦੇ ਉੱਤੇ ਸਾਡੀ ਆਰਮੀ ਨੂੰ ਜਿਹੜਾ ਨਾ ਉਹ ਪਬਲਿਕ ਦੀ ਨਜ਼ਰਾਂ ਦੇ ਵਿੱਚ ਗਿਰਾਇਆ ਜਾ ਰਿਹਾ ਵਾ। ਹੁਣ ਜਦੋਂ ਤੁਹਾਡੀ ਤਾਕਤ ਕਮਜ਼ੋਰ ਹੋ ਜਾਏਗੀ,
ਤੇ ਤੁਹਾਡਾ ਵੈਸੇ ਇੰਡੀਆ ਨਾਲ ਮੁਕਾਬਲਾ ਹੀ ਕੋਈ ਨਹੀਂਗਾ। ਮੈਂ ਤਾਂ ਕਹਿੰਦਾ ਕਿ ਐਤਕੀ ਮੈਂ ਦੇਖ ਰਿਹਾ ਸੀ ਡਾਕਟਰ ਅਬਦੁਲ ਕਦੀਰ ਖਾਨ ਸਾਹਿਬ ਦੇ ਕੋਈ ਗਵਰਨਮੈਂਟ ਦਾ ਵਫਦ ਨਹੀਂ ਗਿਆ। ਪਿਛਲੀ ਗਵਰਨਮੈਂਟ ਚ ਫੌਤ ਹੋਏ ਸੀ, ਉਦੋਂ ਵੀ ਸਾਡੇ ਪੀਐਮ ਸਾਹਿਬ ਵੀ ਨਹੀਂ ਸੀ ਗਏ। ਉਹ ਵਾਹਦ ਉਹਨੂੰ ਅਸੀਂ ਦਵਾ ਦਈਏ ਪੂਰੀ ਕੌਮ ਕੋ, ਬੰਦੇ ਕੋ ਤਾਕਤ ਨਾ ਹੋਵੇ ਤਾਂ ਉਹਦੀ ਕੋਈ ਚੀਜ਼ ਨਹੀਂ ਮਹਿਫੂਜ਼ ਹੁੰਦੀ। ਬਲਕਿ ਦੁਨੀਆ ਦੀ ਹਿਸਟਰੀ ਹੈ ਕਿ ਤਾਕਤ ਹੀ ਉਹ ਵਾਹਦ ਇੱਕ ਐਸਾ ਹਥਿਆਰ ਆ ਜਿਹਦੇ ਨਾਲ ਤਰੱਕੀ ਆਉਂਦੀ ਹੈ। ਦੇਖ ਲਓ ਕਿ ਇੱਕ ਵੇਲੇ ਗ੍ਰੇਟ ਬ੍ਰਿਟਨ ਹੁੰਦਾ ਸੀਗਾ ਤੇ ਜਦੋਂ ਐਟਮ ਬੰਬ ਮਾਰੇ ਅਮਰੀਕਾ ਕੋ ਤਾਕਤ ਆਈ, ਧੋ ਚੌਧਰੀ ਬਣ ਗਿਆ। ਇਹ ਅਸੀਂ ਤਾਕਤ ਜ਼ਰੂਰੀ ਆ। ਔਰ ਅਸੀਂ ਆਪਣੀ ਆਰਮੀ ਨਾਲ ਨਫ਼ਰਤ ਕਰ ਰਹੇ ਨੇ ਜਿਹੜੀ, ਉਹ ਅਸੀਂ ਦੇਖੀਏ, ਅਸੀਂ ਬਿਲਕੁਲ ਗੱਲ ਕਰੀਏ ਕਿ ਸਿਆਸਤ ਦੇ ਵਿੱਚ ਆਰਮੀ ਦਾ ਕਿਰਦਾਰ ਨਹੀਂ ਹੋਣਾ ਚਾਹੀਦਾ। ਆਰਮੀ ਨੂੰ ਕਿਸੇ ਨੂੰ ਜਿਤਾਉਣਾ ਹਰਾਉਣਾ ਨਹੀਂ ਚਾਹੀਦਾ, ਲੇਕਿਨ ਅਸੀਂ ਇਹ ਨਾ ਕਰੀਏ ਵੀ ਅਸੀਂ ਉਹਨਾਂ ਦੇ ਠੱਠੇ ਉਡਾਈਏ। और दुनिया की मैसेज है कि एटमी पाकिस्तान है और वाहद इस्लामिक पावर है, और वो अपने सिपा सलाह के बारे की गल कर रहे। ਇਹਦਾ ਮਤਲਬ ਜਦੋਂ ਕਿਸੇ ਫੌਜ ਦੇ ਪਿੱਛੇ ਉਹਨਾਂ ਦੀ ਆਵਾਮ ਨਾ ਖੜੀ ਹੋਵੇ, ਉਹਨਾਂ ਨਫ਼ਰਤ ਕਰਦੀ ਹੋਵੇ, ਤਾਂ ਫੌਜ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਫਿਰ ਦੇਖੋ ਨਾ ਵੀ ਇੱਕ ਬੰਦਾ ਵਾ ਤੁਹਾਡੇ ਲਈ ਸਭ ਕੁਝ ਕਰ ਰਿਹਾ ਵਾ। ਇਹ ਵੀ ਅਸੀਂ ਦੇਖੀਏ ਨਾ ਵੀ ਜਿਹੜੇ ਲੋਕ ਜਿਹੜੀ ਤਾਲਿਬਾਨ ਦੇ ਨਾਲ ਜੰਗ ਲੜੀ ਆ, ਅਮਰੀਕਾ ਵਰਗੇ ਹਥਿਆਰ ਸੁੱਟ ਗਏ। ਜਿੰਨੀਆਂ ਡੈਡ ਬੋਡੀਆਂ ਆ ਰਹੀਆਂ, ਜਿੰਨੀਆਂ ਸਾਡੀਆਂ ਮਾਵਾਂ ਆਪਣੇ ਬੇਟਿਆਂ ਦੀਆਂ ਅਗਲੇ ਦਿਨ 4-5 ਆਈਆਂ ਵਾ, ਉਹਨਾਂ ਨੇ ਕਿੱਡੀ ਸਿਆਤੀ ਕਿ ਜਦੋਂ ਅਸੀਂ ਉਹਨਾਂ ਨੂੰ ਸਾਰੇ ਨਵਨੇ ਜੀ ਫੌਜ ਹੀ ਲੈ ਕੇ ਬਹਿ ਗਈ। ਮੈਂ ਕਹਿੰਦਾ ਫੌਜ ਵੀ ਸਾਡੇ ਮੁਆਸ਼ਰੇ ਦਾ ਹਿੱਸਾ ਸੀ, ਸਾਰੇ ਲੈ ਕੇ ਬਹਿ ਗਏ। ਮੈਂ ਕਹਿੰਦਾ ਅਗਰ ਗੁੱਜਰ ਵੀ ਇਹ 'ਚ ਸ਼ਾਮਲ ਆ ਤੇ ਇਹਦੇ ਵੀ ਪੂਰਾ ਹਿੱਸਾ ਪਾਇਆ ਇਸ ਪਾਕਿਸਤਾਨ ਦੀ ਤਬਾਹੀ ਦੇ ਵਿੱਚ। ਇਸੇ ਗੱਲ ਤੋਂ ਉਹ ਕਰੀਏ ਨਾ ਵੀ ਅਸੀਂ ਆਪਣੇ ਆਪ ਨੂੰ ਠੀਕ ਕਰੀਏ। ਸਾਡੀ ਕੌਮ ਦਾ ਮਜ਼ਾਜ ਬਣ ਗਿਆ ਕਿ ਆਪਣੀਆਂ ਨਾਕਾਮੀਆਂ ਕਿਸੇ ਦੀ ਝੋਲੀ 'ਚ ਪਾ ਦਈਏ। ਭਰਾ ਕਹਿੰਦੇ ਸਾਡੇ ਭਰਾ ਨੇ ਕੁਝ ਨਹੀਂ ਕਰਨ ਦਿੱਤਾ, ਔਲਾਦ ਕਹਿੰਦੀ ਸਾਡੇ ਪਿਓ ਨੇ ਸਾਨੂੰ ਕੁਝ ਨਹੀਂ ਕਰਨ ਦਿੱਤਾ, ਕੋਈ ਕਹਿੰਦਾ ਮੇਰਾ ਪਾਰਟਨਰ ਨਹੀਂ ਚੰਗਾ, ਕੋਈ ਕਹਿੰਦਾ ਸਾਡੀ ਆਰਮੀ ਨਹੀਂ ਚੰਗੀ, ਕੋਈ ਕਹਿੰਦਾ ਸਾਡੀ ਪੁਲਿਸ ਨਹੀਂ ਚੰਗੀ। ਮੇਰਾ ਇਹ ਸਵਾਲ ਆ, ਅਸੀਂ ਆਪ ਠੀਕ ਆ? ਇਸ ਲਈ ਮੈਂ ਐਜੂਕੇਸ਼ਨ ਦੀ ਬਾਰ-ਬਾਰ ਗੱਲ ਕਰਦਾ ਕਿ ਤੁਸੀਂ ਇਸਰਾਈਲ ਔਰ ਅਮਰੀਕਾ ਦੀ ਦੋ ਮੁਲਕ ਐਸੇ ਆ ਕਿ ਜਿਹੜੇ 40 ਮਿੰਟ ਪਹਿਲੇ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਦੇ ਆ, ਪਹਿਲਾ ਪੀਰੀਅਡ ਉਟਾਤੇ ਹੋ। ਇਸ ਦੀ ਤਾਲੀਮ ਔਰ ਐਗਰੀਕਲਚਰ ਨੂੰ ਫੋਕਸ ਕੀਤੇ ਬਗੈਰ ਇਹ ਪੰਜਾਬ ਸਰਕਾਰ ਕੋ ਮੈਂ ਮੁਤਾਲਬਾ ਕਰਦਾ ਹਾਂ, ਚੀਫ ਮਿਨਿਸਟਰ ਸਾਹਿਬ को अपील करता कि ये दोवां दी एक बेहतरीन किस्म दी काबल लोगां दी, बड़े बड़े काबल लोग आ पाकिस्तान च। एक ते मसला है, इसलिए सारे काबल लोग बाहर नट्ठे जांदे आ, सारे पैसे वाले बाहर नट्ठे जांदे आ। उन्हां दी एक टीम बनाती जावे ਜਿਹੜੀਆਂ ਆਪਣੀਆਂ ਸਿਫਾਰਿਸ਼ਾਂ ਦਾ ਮੁਰਤਬ ਕਰੇ ਔਰ ਇਨੀਸ਼ੀਏਟਿਵ ਲੈ ਲਿਆ ਜਾਵੇ। ਜਿੱਦਾਂ ਦੇਖੋ ਦਾਨਿਸ਼ ਸਕੂਲ ਸੀਗਾ, ਇੱਕ ਬਹੁਤ ਜ਼ਬਰਦਸਤ ਇਨੀਸ਼ੀਏਟਿਵ ਸੀਗਾ, ਉਹਨੂੰ ਅੱਗੇ ਲੈ ਕੇ ਜਾਣ। ਔਰ ਉਹਦੇ ਵਿੱਚ ਪਹਿਲਾ ਪੀਰੀਅਡ ਤੁਹਾਨੂੰ ਪਾਕਿਸਤਾਨੀ ਬਣਾਉਣ ਦਾ ਹੋਵੇ। ਅਸੀਂ ਡਿਵਾਈਡ ਲੋਕ ਆ, ਪਹਿਲਾਂ ਅਸੀਂ ਸੂਬਿਆਂ ਦੀ ਤਕਸੀਮ ਆ, ਫਿਰ ਪਿੰਡਾਂ ਦੇ ਵਿੱਚ ਆ ਕੇ ਅਸੀਂ ਬਰਾਦਰੀਆਂ ਦੀ ਤਕਸੀਮ ਆ, ਮਜ਼ਹਬ ਚ ਅਸੀਂ ਤਕਸੀਮ ਆ। ਤੁਸੀਂ ਇਹ ਸਮਝਦੇ ਹੋ ਕਿ ਕੰਪਲਸਰੀ ਲਾਜ਼ਮੀ ਹੋਣਾ ਚਾਹੀਦਾ ਪੀਰੀਅਡ? ਲਾਜ਼ਮੀ ਹੋਣਾ ਚਾਹੀਦਾ ਵਾ। ਦੇਖੋ ਨਾ ਕਿ ਇਸਰਾਈਲ ਵਾਲੇ ਕੀ ਦੱਸਦੇ, ਉਹ ਕਹਿੰਦੇ ਅਸੀਂ ਸੁਪੀਰੀਅਰ ਆ, ਸਾਡਾ ਹੱਕ ਹੁਕਮਰਾਨੀ ਆ, ਸਾਡੇ ਚੋਂ ਪੈਗੰਬਰ ਜ਼ਿਆਦਾ ਆਏ ਆ। ਉਹ ਬੱਚਿਆਂ ਨੂੰ ਜਦੋਂ ਸਟਾਰ ਦੇ ਵਿੱਚੋਂ ਹੀ ਉਹਨਾਂ ਦੇ ਜ਼ਿਹਨ 'ਚ ਗੱਲ ਪਾਉਣ ਲੱਗ ਪੈਂਦੇ। ਤੁਸੀਂ ਦੇਖਦੇ ਨਹੀਂ ਸਲਤਨਤ ਤੇ ਉਸਮਾਨੀਆ ਹਿਸਟਰੀ ਨਹੀਂ ਤੁਸੀਂ ਪੜ੍ਹੀ? ਉਹਨਾਂ ਨੇ ਕਿੱਥੋਂ ਲਿਆ ਕੇ ਏਡੀ ਵੱਡੀ ਸਲਤਨਤ ਸੀ, ਉਹਨੂੰ ਤਬਾਹ ਕਰਕੇ ਅਖੀਰ ਉਹਦੇ ਟੋਟੇ ਕਰਕੇ, ਉਹਨਾਂ ਨੂੰ ਪਤਾ ਸੀ ਇੱਥੇ ਸੋਰਸਸ ਬਹੁਤ ਜ਼ਿਆਦਾ ਵਾ, ਵਸੈਲ ਬਹੁਤ ਜ਼ਿਆਦਾ, ਡੈਮੇਜ ਕਰਦਾ, ਤਾਕਤ ਨਹੀਂ ਰਹਿਣੀ। ਉਹਨਾਂ ਨੇ ਕੋਈ ਬੰਦਾ, ਈਵਨ ਤੁਸੀਂ ਆਪਣਾ ਸਬ ਕੰਟੀਨੈਂਟ ਦੇਖ ਲਓ, ਉੱਥੇ ਵੀ ਕੁਝ ਤੁਹਾਡੇ ਬੰਗਲਾਦੇਸ਼ ਨਾਲ ਤਕਸੀਮ ਕੀਤਾ ਨਹੀਂ। ਅਸੀਂ 50-60 ਲੱਖ ਹੋਣਾ ਸੀਗਾ, 30-35 ਕਰੋੜ ਸਾਡੇ ਉੱਥੇ ਇੰਡੀਆ 'ਚ ਬੈਠੇ ਆ। ਤੁਸੀਂ ਆਖਰ ਆਪਣੇ ਹਲਕੇ ਦੀ ਆਵਾਮ ਵਾਸਤੇ ਕੀ ਮੈਸੇਜ ਦਿਓਗੇ? ਮੈਂ ਹਲਕੇ ਦੀ ਆਵਾਮ ਸਮੇਤ ਪੂਰੇ ਪਾਕਿਸਤਾਨੀਆਂ ਨੂੰ ਇਹ ਦੇਣਾ ਵਾ ਕਿ ਜਿਤਨੇ ਨੌਜਵਾਨ ਯਾਰ ਮੈਰਿਟ ਦੇ ਚੁਣਾਵ ਤੇ ਖੜੇ ਹੋ ਜਾਓ, ਬਿਹਤਰੀਨ ਲੋਕਾਂ ਦਾ ਇੰਤਖਾਬ ਕਰੋ। ਆਪਣੇ ਸਗਾ ਭਰਾ ਵੀ ਹੋਏ ਤੁਹਾਨੂੰ ਛੱਡ ਦਿਓ। ਜੇ ਤੁਸੀਂ ਤਰੱਕੀ ਚਾਹੁੰਦੇ ਆ ਫਿਰ ਤੁਸੀਂ ਆਪਣਾ ਕਿਰਦਾਰ ਅਦਾ ਕਰੋ। ਇਹ ਗੱਲ ਨਾ ਕਰੋ ਵੀ ਯਾਰ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ। ਇਹ ਸਾਰੀ ਕੌਮ ਹੀ ਇਹ ਗੱਲ ਕਰਦੀ ਆ। ਔਰ ਯਕੀਨ ਕਰੋ ਕਿ ਮੈਂ ਪੂਰੀ ਇਲੈਕਸ਼ਨ ਕੈਂਪੇਨ 'ਚ ਹਰ ਬੰਦੇ ਨਾਲ ਗੱਲ ਕੀਤੀ, ਉਹ ਮੰਨਿਆ ਇਸ ਗੱਲ ਨੂੰ, ਹਰ ਬੰਦੇ ਨੇ ਐਕਸੈਪਟ ਕੀਤਾ। ਫਿਰ ਉਹ ਕਹਿੰਦੇ ਯਾਰ ਮੈਂ ਇਕੱਲਾ ਕੀ ਕਰੂੰਗਾ, ਬਾਕੀ ਨਹੀਂ ਮੰਨਦੇ। ਜਿਹੜਾ ਇਕੱਲੇ ਵਾਲੀ ਗੱਲ ਨੇ ਪੂਰੀ ਕੌਮ ਹੀ ਕਰੀ ਜਾਂਦੀ ਆ। ਇਸ ਲਈ ਤੁਸੀਂ ਖੁਦ ਕੁਛ ਕਰੋ। ਤੇ ਫਿਰ ਨੌਜਵਾਨ ਬਾਹਰ ਜਾ ਰਹੇ ਆ। ਮੈਂ ਕਹਿੰਦਾ ਇੱਥੇ ਬਿਜ਼ਨਸ ਬਹੁਤ ਇੰਨੀ ਸਪੇਸ ਆ, ਇੰਨੀ ਸਪੇਸ ਹੈ ਇੱਥੇ ਵੀ। ਹੁਣ ਤੁਸੀਂ ਦੇਖੋ ਨਾ ਕਿ ਬੰਦੇ ਸਾਡੇ ਕਹਿੰਦੇ ਸੀ ਵੀ ਫਲਸਤੀਨ ਨੇ ਸਾਡਾ ਬਹੁਤ, ਫਲਸਤੀਨ 'ਚ ਬਹੁਤ ਜ਼ਿਆਦਤੀ ਹੋ ਰਹੀ ਹੈ, ਅਸੀਂ ਇਸਰਾਈਲ ਦੀ ਪ੍ਰੋਡਕਟ ਨਹੀਂ ਯੂਜ਼ ਕਰਨੀ। ਮੁਕਾਬਲੇ ਤੇ ਪ੍ਰੋਡਕਟ ਹੈਗੀ ਸਾਡੇ ਕੋਲ ਕੋਈ? ਬਦਕਿਸਮਤੀ ਨਾਲ ਨਹੀਂ। ਅਸੀਂ ਬੇਯਕੀਨੀ ਦਾ ਸ਼ਿਕਾਰ ਹਾਂ। ਮੈਂ ਨੌਜਵਾਨਾਂ ਨੂੰ ਕਹਿੰਦਾ ਸਪੈਸ਼ਲ, ਉਹਨਾਂ 'ਚ એનર્ਜੀ ਜ਼ਿਆਦਾ ਹੁੰਦੀ ਆ। ਇਹ ਬੇਯਕੀਨੀ ਜੋ ਬਾਹਰ ਆ ਕੇ ਤੁਸੀਂ ਕੁਛ ਕਰੋ। ਔਰ ਉਹਦੇ 'ਚ ਸਿਰਫ ਇੱਕ ਹਰਡਲ ਆ ਕਿ ਸਾਨੂੰ ਖੌਫ ਹੁੰਦਾ ਮੈਂ ਕਾਮਯਾਬ ਨਹੀਂ ਹੋਣਾ। ਤੇ ਰੱਬ ਨੇ ਤੁਹਾਡੇ ਕੋਲ ਕੋਸ਼ਿਸ਼ ਮੰਗੀ ਆ, ਤੁਸੀਂ ਇਹ ਖੌਫ ਛੱਡ ਦਿਓ। ਉਹਨੇ ਰਿਜ਼ਲਟ ਤੁਹਾਡੇ ਕੋਲ ਮੰਗਿਆ ਹੀ ਨਹੀਂਗਾ। ਤੇ ਮੇਰੀ ਸਿਆਸਤ ਦਾ ਵੀ ਮੈਨੂੰ ਲੋਕ ਕਹਿੰਦੇ ਨੇ ਜੀ ਤੁਸੀਂ ਇਹ ਗੱਲ ਕਰਦੇ ਰਹੇ ਬਹੁਤ ਵੀ ਮੈਂ ਠੱਗਾਂ ਨੂੰ, ਵਪਾਰੀਆਂ ਨੂੰ ਪੈਸੇ ਨਹੀਂ ਦੇਣੇ ਤੇ ਤੁਹਾਡੇ ਲੋਕ ਖਿਲਾਫ ਹੋ ਗਏ ਸਾਰੇ। ਮੈਂ ਕਿਹਾ ਯਾਰ ਮੈਨੂੰ ਇੱਥੇ ਕੋਈ ਪਛਤਾਵਾ ਨਹੀਂ। ਮੈਂ ਕਹਿੰਦਾ ਵਜ੍ਹਾ ਹੀ ਇਹ ਹੈ ਕਿ ਲੋਕ ਪੂਰੇ ਪਿੰਡ ਦੇ ਸੌਦੇ ਕਰਦੇ ਆ, ਉਹਨੂੰ नहीं करने चाहिए। तो सब कोई ऐसी चीज बताएं मजबूरी तौर पर पाकिस्तानियों को, पाकिस्तानियत को या पाकिस्तान की आवाम को
फायदा हो। वैसे सजेशन है आपके पास? ਬਿਲਕੁਲ ਜੀ, ਸੁਜੈਸ਼ਨ ਹੈਗੀ ਆ। ਮੈਂ ਲੋਕਾਂ ਕੋਲ ਰਿਕੁਐਸਟ ਕਰਾਂਗਾ ਜਿਹੜਾ ਜਿਹਨੂੰ ਇਹ ਪਸੰਦ ਆਵੇ ਉਹਨੂੰ ਪਹੁੰਚਾਏ ਜ਼ਰੂਰ। ਦੇਖੋ, ਸਾਡੇ ਕੋਲ ਸਭ ਤੋਂ ਵੱਡਾ ਸਰਮਾਇਆ ਬਰੂਨੇ ਮੁਲਕ ਪਾਕਿਸਤਾਨੀ ਆ, ਔਰ ਸਾਡੀ 50% ਜਾਂ 45% ਆਮਦਨੀ ਵੀ ਸਾਲਾਨਾ ਤਰਸੀਲਾਂ ਤੇ ਜਾਰੀ ਰੈਮਟੈਂਸਸ ਆ। ਸਾਡੇ ਪਿੰਡਾਂ ਦੇ ਨਾਂ ਜਿਹੜੇ ਨਾ ਪੁਰਾਣੇ ਆ। ਮੈਂ ਕਹਿੰਦਾ ਅਗਰ ਤੁਹਾਡੇ ਪਿੰਡਾਂ ਦੇ ਨਾਂ ਔਰ ਤੁਹਾਡੇ ਸਕੂਲਸ ਦੇ ਨਾਂ ਔਰ ਤੁਹਾਡੀਆਂ ਮੇਨ ਸ਼ਾਹਰਾਵਾਂ ਦੇ ਨਾਂ, ਜਿੱਦਾਂ ਸਾਡੀ ਸਮੁੰਦਰੀ ਰੋਡ ਦੇ ਨਾਂ, ਜਿੱਦਾਂ ਅਸੀਂ ਲਾਇਲਪੁਰ ਤੋਂ ਫੈਸਲਾਬਾਦ ਕੀਤਾ ਵਾ, ਅਗਰ ਅਸੀਂ ਇਨਸਾਨ ਆਪਣੀ ਨਾ ਜ਼ਿੰਦਾ ਰਹਿਣਾ ਚਾਹੁੰਦਾ ਵਾ ਮਰਨ ਤੋਂ ਬਾਅਦ ਵੀ, ਔਰ ਲੋਕਾਂ ਕੋਲ ਬੜਾ ਸਰਮਾਇਆ ਵਾ। ਅਗਰ ਇਹਦੀ ਇੱਕ ਪਾਲਿਸੀ ਸਿਰਫ ਡੀਸੀ ਸਾਹਿਬ ਦੀ ਅਪਰੂਵਲ ਨਾਲ ਹੋ ਸਕਦੀ, ਕਿਸੇ ਪਿੰਡ ਦਾ ਨਾਮ ਚੇਂਜ ਹੋ ਸਕਦਾ, ਜਿੱਦਾਂ ਸਾਡੇ ਅੰਡਰਪਾਸਸ ਬਣੇ ਆ, ਨੁਸਰਤ ਫਤਿਹ ਅਲੀ ਖਾਨ ਫਲਾਂ ਸੂਫੀ ਬਰਕਤ ਅਲੀ ਸਾਹਿਬ ਦੇ ਨਾਂ ਤੇ ਅਸੀਂ ਉਹਨੂੰ ਨੋਮੀਨੇਟ ਕਰਤਾ ਵੀ ਹੈ, ਉਹਨਾਂ ਦਾ ਨਾਮ ਮੁਖਤਸ ਕਰ ਦਿੱਤਾ। ਇਦਾਂ ਅਗਰ ਸਾਡੇ ਪਿੰਡ ਦਾ ਨਾਂ ਹਰੀ ਸਿੰਘ ਆ, ਇਹਦਾ ਉਹ ਜਿਹੜੇ ਬੰਦੇ ਬਾਹਰ ਗਏ ਆ, ਉਹ 'ਚ ਸ਼ਰਤ ਸਿਰਫ ਇੱਕ ਹੋਵੇ ਕਿ ਤੁਹਾਡਾ ਜਿਹੜਾ ਪੈਸਾ ਬਾਹਰੋਂ ਆਉਣਾ ਨਾ, ਉਹ ਬਾਹਰੋਂ ਆਉਣਾ ਵਾ, ਤੁਸੀਂ ਸਾਨੂੰ ਰਸੀਦ ਦੇਣੀ ਹੈ ਥਰੂ ਬੈਂਕਿੰਗ ਚੈਨਲ ਆਉਣਾ ਵਾ, ਬੋਲੀਆਂ ਕਰਾਤੀਆਂ ਜਾਣ। ਸਾਡੇ ਪੰਜਾਬ 'ਚ ਖੁਸ਼ਹਾਲੀ ਬਰੂਨੇ ਮੁਲਕ ਪਾਕਿਸਤਾਨੀਆਂ ਦੀ ਵਜ੍ਹਾ ਨਾਲ। ਲੋਕ ਯੂਨੀਅਨ ਕੌਂਸਲ ਦਾ ਇਲੈਕਸ਼ਨ ਲੜਨ ਲਈ 5-5 7-7 ਕਰੋੜ ਦੀਆਂ ਮੇਰੇ ਕੋਲ ਸੈਂਕੜਿਆਂ ਮਿਸਾਲਾਂ ਮੌਜੂਦ ਆ, ਤੁਹਾਡੇ ਕੋਲ ਵੀ ਹੋਣੀਆਂ, ਪੂਰੇ ਮੁਆਸ਼ਕ ਮੌਜੂਦ ਆ। ਉਹਨਾਂ ਨੂੰ ਅਗਰ ਇਹ ਦਿੱਤਾ ਜਾਵੇ ਕਿ ਤੁਸੀਂ ਆਪਣੇ ਪਿੰਡ ਦਾ ਨਾਂ ਆਪਣੇ ਦਾਦੇ ਦੇ, ਬਾਬੇ ਦਾ ਜਾਂ ਆਪਣੇ ਦੇ ਨਾਂ ਜਾਂ ਆਪਣੇ ਜਿਹਦਾ ਤੁਹਾਡਾ ਪਿਆਰਾ ਉਹਦੇ ਨਾਂ ਤੇ ਤੁਸੀਂ ਰੱਖ ਸਕਦੇ ਆ। ਆਪਣੇ ਸਕੂਲ ਦਾ ਆਕਸ਼ਨ ਬਣਾਇਆ, ਆਕਸ਼ਨ ਇੱਕ ਤਾਂ ਤੁਹਾਡਾ ਉੱਥੇ ਡਾਲਰ ਆਏਗਾ, ਤੁਹਾਡੇ ਪੈਸੇ ਉੱਪਰ ਹੋਣਗੇ। ਦੂਸਰੇ ਨੰਬਰ ਤੇ ਜਿਹੜੇ ਉਹ ਰੁਪਈਏ ਦੀ ਸ਼ਕਲ 'ਚ ਹੋਗੇ, ਉਹ ਪੈਸਾ ਤੁਹਾਡੇ ਤਲੀਮੀ ਅਦਾਰੇ ਤੇ ਔਰ ਤੁਹਾਡੇ ਇਨਫਰਾਸਟ੍ਰਕਚਰ ਤੇ ਲੱਗ ਸਕਦਾ। ਔਰ ਤਲੀਮੀ ਅਦਾਰੇ ਦੇ ਵਿੱਚ ਜਦੋਂ ਤੁਸੀਂ ਉਹ ਸਿਸਟਮ ਕਰ ਦੇਣਾ, 50 ਲੱਖ ਰੁਪਇਆ ਲੱਗਦਾ ਇੱਕ ਸਕੂਲ ਦੇ ਵਿੱਚ, ਤੇ ਮੈਂ ਕਹਿੰਦਾ ਲੋਕਾਂ ਦੀ ਕਿਸਮਤ ਬਦਲ ਜਾਂਦੀ ਆ। ਤੁਸੀਂ ਨਾ ਬੇਨਤੀ ਇਨਕਮ ਸਪੋਰਟ ਦੇ ਪੈਸੇ ਲਾਓ, ਬਾਹਰੋਂ ਪੈਸਾ ਮੰਗਾਓ, ਤੁਹਾਡੇ ਪਿੰਡ ਦਾ ਪੈਸਾ ਸ਼ਰਤ ਇਹ ਹੋਵੇ ਕਿ ਤੁਹਾਡੇ ਪਿੰਡ 'ਚ ਹੀ ਲੱਗਣਾ। ਉਹਦੇ ਵਿੱਚ ਥੋੜੇ ਪੈਸੇ ਵਾਲੇ ਡਿਸਪੈਂਸਰੀ ਦਾ ਨਾਂ ਆਪਣੇ ਨਾਂ ਤੋਂ ਰੱਖ ਸਕਦੇ ਆ, ਮੇਨ ਸ਼ਹਿਰਾ ਦਾ ਰੱਖ ਸਕਦੇ ਆ, ਚੌਕ ਦਾ ਰੱਖ ਸਕਦੇ ਆ, ਤਹਿਸੀਲ ਦਾ ਨਾਂ ਰੱਖ ਸਕਦੇ ਆ, ਥਾਣੇ ਦਾ ਨਾਂ ਰੱਖ ਸਕਦੇ ਆ। ਔਰ ਮੈਂ ਕਹਿੰਦਾ ਇਹਦੇ ਨਾਲ ਇਨਕਲਾਬ ਆ ਜਾਏਗਾ, ਕਿਉਂਕਿ ਸਾਡੇ ਲੋਕ ਸਿਰਫ ਇਸ ਲਈ ਦੂਸਰੇ ਬੰਦੇ ਦੀ ਮੁਖਾਲਫਤ ਕਰਦੇ ਆ ਕਿ ਮੇਰੀ ਉਹਨਾਂ ਬਣਦੀ ਨਹੀਂ। ਉਹ ਭਾਵੇਂ ਨੂਨ ਲੀਗ ਨੂੰ ਪਸੰਦ ਕਰਦੇ ਹੋਣ, ਉਹ ਕਹਿੰਦੇ ਵੋਟ ਪੀਟੀਆਈ ਨੂੰ ਪਾਣਾ, ਜਿੱਧਰ ਮੇਰਾ ਮੁਖਾਲ ਹੋ ਗਿਆ ਉਧਰ ਨਹੀਂ ਜਾਣਾ। ਅਗਰ ਅਸੀਂ ਇਹ ਕੰਮ ਕਰੀਏ ਤਾਂ ਇਹ ਮੈਂ ਸਮਝਦਾ ਕਿ ਮੁਸਬਤ ਯੂਜ਼ ਹੋਏਗਾ ਸਾਡੀ ਧੜੇਬੰਦੀ ਦਾ। ਔਰ ਸਾਰਿਆਂ ਪਿੰਡਾਂ ਦੇ ਵਿੱਚ ਲੋਕ ਬੈਠੇ, ਹਾਲਾਂਕਿ ਮੇਰਾ ਇੰਨਾ ਕੋਈ ਕੰਸਰਨ ਨਹੀਂ, ਮੈਂ ਬਾਹਰ ਨਹੀਂ ਬੈਠਾ। ਹਾਂ, ਅਗਰ ਮੈਂ ਵੀ ਆਪਣੇ ਪਿੰਡ ਦਾ ਨਾਮ ਬਦਲਣ ਲਈ ਹਿੱਸਾ ਪਾਉਣਾ ਚਾਹੁੰਦਾ ਵਾਂ, ਤੇ ਫਿਰ ਮੈਂ ਕਿਸੇ ਦੋਸਤ ਕੋ ਜਾਂ ਕਿਸੇ ਕੋ ਬਾਹਰੋਂ ਪੈਸੇ ਮੰਗਾ ਸਕਦਾ ਵਾਂ, ਕਿਸੇ ਨੂੰ ਜ਼ਮੀਨ ਦੇ ਸਕਦਾ ਵੀ ਯਾਰ ਇੰਨੇ ਡਾਲਰ ਮੈਨੂੰ ਭੇਜ, ਮੇਰੇ ਕੋਲ ਜ਼ਮੀਨ ਲੈ ਲਾ ਜਾਂ ਕੋਈ ਚੀਜ਼ ਲੈ ਲਾ, ਮੈਂ ਆਪਣੇ ਦਾਦੇ ਦੇ ਨਾਂ ਤੋਂ ਆਪਣੇ ਪਿੰਡ ਦਾ ਨਾਂ ਰੱਖਣਾ ਚਾਹੁੰਦਾ ਵਾਂ, ਔਰ ਉਹ ਪੈਸਾ ਮੁਖਤਸ ਹੋ ਜਾਵੇ, ਸਾਡੇ ਪਿੰਡ 'ਚ ਲੱਗੇ। ਸਰ, ਪੂਰਾ ਪੰਜਾਬ ਦਾ ਇਨਫਰਾਸਟ੍ਰਕਚਰ ਚੇਂਜ ਹੋਏਗਾ। ਜੇ ਪੂਰੇ ਦਾ ਨਹੀਂ ਨਾ ਹੋਏਗਾ ਤਾਂ 70% ਦਾ ਜ਼ਰੂਰ ਹੋ ਜਾਏਗਾ। ਔਰ ਫਿਰ ਇਕਨੋਮਿਕ ਇੱਕ ਕਿਸਮ ਦਾ ਫਾਇਦੇ ਵੀ ਹੋਣਗੇ, ਲੋਕਾਂ ਨੂੰ, ਆਵਾਮ ਨੂੰ ਫਾਇਦਾ, ਸਾਰੇ ਡਾਲਰ ਬਹੁਤ ਆਏਗਾ। ਇਹ ਜਿਹੜਾ ਅਸੀਂ 2-4-6 ਅਰਬ ਡਾਲਰ ਹੀ ਫਿਰਦੇ ਆ, ਤੁਸੀਂ ਇਸ ਪਾਲਿਸੀ ਨੂੰ ਅਨਾਉਂਸ ਕਰੋ। ਔਰ ਮੈਂ ਦੋਸਤਾਂ ਨੂੰ ਕਹਿੰਦਾ ਅਗਰ ਮੇਰੀ ਇਹ ਪਾਲਿਸੀ ਠੀਕ ਆ ਤੇ ਇਹਨੂੰ ਪਹੁੰਚਾਓ, ਇੱਥੇ ਗੱਲ ਕਰੋ। ਔਰ ਇਹ ਦੇਖੋ, ਇਹ ਸਾਡੀ ਜਿਹੜੀ ਧੜਾਬੰਦੀ ਆ, ਅਸੀਂ ਵੀ ਜਾਣਦੇ ਆ, ਲੋਕ ਜਿਹੜੀ ਮੇਰੀ ਗੱਲ ਸੁਣ ਰਹੇ ਸਾਡੇ ਪੰਜਾਬ ਦੇ ਲੋਕ ਬੜੇ ਜਾਣਦੇ ਆ ਕਿ ਅਸੀਂ ਮਾਰਨ ਤੇ ਆਏ ਹੁੰਨੇ ਇਲੈਕਸ਼ਨ ਵਾਲੇ ਦਿਨ, ਸਿਰਫ ਆਪਣੀ ਪਹਿਚਾਣ ਵਾਸਤੇ। ਔਰ ਅਗਰ ਪਹਿਚਾਣ ਨੂੰ ਅਸੀਂ ਅਗਰ ਇਹਦਾ ਮੁਸਬਤ ਯੂਜ਼ ਕਰ ਲਈਏ ਵੀ ਯਾਰ ਤੂੰ ਪਿੰਡ ਹੀ ਆਪਣੇ ਨਾਂ ਤੋਂ ਰੱਖ ਲਾ, ਆਪਣੇ ਦਾਦੇ ਦੇ ਨਾਂ ਤੇ ਰੱਖ ਲਾ, ਵਾਲਦ ਦੇ ਨਾਂ ਤੇ ਰੱਖ ਲਾ, ਆਪਣੀ ਵਾਲਦਾ ਦੇ ਨਾਂ, ਜਾਂ ਜਿਹੜਾ ਤੈਨੂੰ ਪਿਆਰਾ ਉਹਦੇ ਨਾਂ ਤੇ ਰੱਖ ਲਾ। ਔਰ ਉਹ ਪੈਸਾ ਸ਼ਰਤ ਇਹ ਹੋਵੇ, ਔਰ ਡੀਸੀ ਸਾਹਿਬ ਨੇ ਕੀ ਕਰਨਾ ਕਿ ਏਸੀ ਸਾਹਿਬ ਹੋਣ, ਉੱਥੇ ਬੋਲੀ ਹੋ ਜਾਵੇ। ਔਰ ਉਹ 'ਚ ਬੇਸ਼ੁਮਾਰ ਚੀਜ਼ਾਂ ਵਾ ਜਿਹਨਾਂ ਦੀ ਬੋਲੀ ਹੋ ਸਕਦੀ, ਥੋੜੇ ਪੈਸਿਆਂ ਵਾਲਾ ਵੀ ਕੰਮ ਹੋ ਸਕਦਾ, ਵੱਡਿਆਂ ਵਾਲਾ ਪਿੰਡ ਦੇ ਨਾਂ ਵੱਡਾ ਕੰਮ, ਤਹਿਸੀਲ ਦਾ ਨਾਂ, ਰੇਲਵੇ ਸਟੇਸ਼ਨ ਦੇ ਨਾਂ, ਥਾਣਿਆਂ ਦੇ ਨਾਂ, ਚੌਕੀਆਂ ਦੇ ਨਾਂ, ਝੰਗ ਰੋਡ, ਸਮੁੰਦਰੀ ਰੋਡ, ਸਰਗੋਧਾ ਰੋਡ, ਲਾਇਲਪੁਰ ਤੋਂ ਫੈਸਲਾਬਾਦ ਹੋ ਸਕਦਾ। ਬਹੁਤ ਵੱਡੀ ਸੁਜੈਸ਼ਨ ਤੁਹਾਡੀ, ਬਹੁਤ ਇਹ ਸੁਜੈਸ਼ਨ ਦੇ ਨਾਲ ਡਾਲਰ ਵੀ ਵਧੇਗਾ ਔਰ ਸਰ ਪਾਕਿਸਤਾਨ ਚੇਂਜ ਹੋ ਜਾਏਗਾ। ਇਹ ਤੇ ਇਨੀਸ਼ੀਏਟਿਵ ਲਿਆ ਜਾਵੇ। ਅਗਰ ਮੇਰੀ ਗੱਲ ਠੀਕ ਆ ਤੇ ਇਹਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣਾ, ਸਾਰੇ मैं व्यूअर्स को रिक्वेस्ट करता कि पहुंचाओ। ये बहुत बड़ी गल है, बहुत बड़ी सजेशन है और लाजमी तौर पर नाज़रीन इसके साथ चेंज आ सकता है ये, क्योंकि आज तक मैंने अपनी 22-23 साल सहाफ़ती लाइफ में कभी ये सजेशन नहीं सुनी। हालांकि मैं अपने हमसाया ममालिक में अक्सर देखता हूँ कि वहाँ पर लोग इसी के ऊपर काम कर रहे हैं और बाहर से जितना भी पैसा आ रहा है, आप देखें कि हमारा हमसाया मुल्क कितना स्ट्रेंथन हो रहा है। अगर इस सजेशन के ऊपर अमल कर लिया जाए तो पाकिस्तान की जो एक किस्म की जो माशी दिगर सूरत हाल है, इसको भी जो है वो संभाला दिया जा सकता है। उम्मीद करते हैं कि आज का जो पॉडकास्ट है वो आपको चलिए जवेद गुजर के साथ पसंद आएगा। आपके फीडबैक का भी इंतजार रहेगा। अगले प्रोग्राम से सरदार अमीन जतोई को दीजिए इजाजत। पाकिस्तान जिंदाबाद।